ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾਹੁ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ जुड़ बैठी गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो। पिछले पैरां दे सजे हुए दीवाना च इकत्र हो के देन दुनिया दे मालिक जगत गुरु जहर पीर जगत गुरु बाबा धन गुरु नानक देव साहब जी महाराज जी की जन्म साखी की चल रही लड़ीवार कथा सरवण करन वास्ते तत्पर हो के सावधान हो के जुड़ बैठे हो। पातशाह धन गुरु नानक देव साहब जी महाराज जी ने लंका च चरण पाए हन। सुख मंडल विच वरत रहे विभीषण नूं मिले ने। विभीषण नाल वार्तालाप हुई है, विचार गोष्ठी हुई है। विभीषण ने सतगुरु गुरुदेव नूं संत रूप जान के महाराज जी की उस्तति की है। आख्या महाराज सुनिया सी मैं श्री राम जी दे मुखों कि जेड़े संत हन वो इस मात लोक दी धरती ते ईश्वर दा नित अवतार हन। तुसीं नित अवतार हो इस मात लोक दी धरती ते संत रूप हो। मेरे अहो भाग के मैनू आप जी जैसे महापुरुषां संतां दी संगत प्राप्त हो रही है। बचन बिलास होए हन। विभीषण दे बचन सुन के जगत गुरु गुरु नानक साहिब जी महाराज पावन पवित्र मुखार बिंद चों पवित्र शब्द उचारण कीता है। आओ मन बिरतियां एकाग्र करके सतगुरु जी दे पावन पवित्र बचनां दी विचार नाल जुड़िए, एकाग्रता बनाइए ते आखिए जी सतनाम श्री वाहिगुरु साहिब जी। सतनाम श्री वाहिगुरु साहिब जी। चौपाई रघुबर तुम में भेद न जानो। विभीषण गुरु नानक साहब जी की उपमा कर रहा क्योंकि विभीषण श्री राम जी का भगत सी। ਕਹਿਣ ਲੱਗਾ ਜੀ ਮੈਨੂੰ ਉਹਨਾਂ ਵਿੱਚ ਤੇ ਤੁਹਾਡੇ 'ਚ ਕੋਈ ਭੇਦ ਨਜ਼ਰ ਨਹੀਂ ਆਉਂਦਾ। ਈਸ਼ਰ ਏਕ ਸਮਾਨ ਪਛਾਨੋ। ਤੁਸੀਂ ਈਸ਼ਵਰ ਦਾ ਹੀ ਰੂਪ ਹੋ, ਈਸ਼ਵਰ ਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ, ਇੱਕ ਸਮਾਨ ਕਰਕੇ ਮੈਂ ਵੇਖਦਾ ਹਾਂ। ਬਿਨੈ ਸਨੀ ਸੁਨ ਕਹਤੇ ਬਾਨੀ। ਜਦੋਂ ਵਿਭੀਸ਼ਣ ਨੇ ਬੇਨਤੀ ਪੂਰਵਕ ਢੰਗ ਨਾਲ ਇਸ ਤਰ੍ਹਾਂ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰਾਂ ਨੇ ਸੁਣੀ। ਬੋਲੇ ਸ਼੍ਰੀ ਨਾਨਕ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ श्री मुखवाक। ये जो पावन श्री मुखवाक पातशाह उच्चारण करन लगे ने सिद्ध गोष्ठ बाणी विच हन। सिद्ध गोष्ठ बाणी है महाराज गुरु नानक साहब जी दे अमृत बचन ने। सिद्ध गोष्ठ बाणी दी 40वीं पौड़ी है जो सतगुरां ने सिद्धां नाल चर्चा करदिआं उच्चारण कीती है। ये पौड़ी महाराज जी उचारदे ने, सरवण करो जी। गुरमुख बांधियो सीत विधाते। पातशाह कहते हैं गुरु ने कृपा करके दया करके अपने मुख द्वारा नाम का उपदेश दे करके संसार समुंदर तो तरन लई नाम का पुल बन्निया है। सेत विधाता है। सेत कहते ने सेतू नाम हुंदा पुल का। कहते गुरु ने नाम का पुल इस संसार समुंदर तो तरन वास्ते बन्निया। ये गुरु की किरपा है। खालसा जी इस संसार तो तरन वास्ते, इस भव सागर तो पार उतरन वास्ते जिहड़ा पुल है वो नाम का पुल है। वो नाम का जिहड़ा पुल है, सेतू है। ये गुरु नानक साहब जी पातशाह कहते गुरु ने
ਤਰਸ ਕਰਕੇ ਦਇਆ ਕਰਕੇ ਬੰਨਿਆ ਹੈ। ਲੰਕਾ ਲੂਟੀ ਦੈਂਤ ਸੰਤਾਪੇ। ਜਿਹੜੇ ਨਾਮ ਦੀ ਕਮਾਈ ਕਰਨ ਵਾਲੇ ਨੇ ਉਹਨਾਂ ਨੇ ਆਪਣੀ ਇਸ ਦੇਹ ਰੂਪੀ ਲੰਕਾ ਨੂੰ ਲੁੱਟ ਲਿਆ, ਯਾਨੀ ਕਿ ਇਸ ਦੇਹ ਦੇ ਅਭਿਮਾਨ ਤੋਂ ਛੁੱਟ ਗਏ ਨੇ। ਔਰ ਇਹਦੇ ਅੰਦਰ ਵਸਣ ਵਾਲੇ ਜਿਹੜੇ ਕਾਮ ਕ੍ਰੋਧ ਆਦਿਕ ਦੈਂਤ ਨੇ, ਦਾਨਵ ਨੇ, ਉਹਨਾਂ ਦਾਨਵਾਂ ਨੂੰ, ਉਹਨਾਂ ਦੈਂਤਾਂ ਨੂੰ ਗੁਰਮੁਖਾਂ ਨੇ ਆਪਣੇ ਹਿਰਦੇ ਚੋਂ ਮਾਰ ਮੁਕਾਇਆ ਹੈ। ਰਾਮਚੰਦ ਮਾਰਿਓ ਇਹ ਰਾਵਣ। ਰਸਨਾ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ, ਰਾਮ ਨਾਮ ਦਾ ਉਚਾਰਨ ਕਰਕੇ ਤਿਨਾਂ ਨੇ ਆਪਣੇ ਹਿਰਦੇ ਚੋਂ ਹੰਕਾਰ ਰੂਪੀ ਰਾਵਣ ਨੂੰ ਮਾਰ ਮੁਕਾਇਆ। ਹੰਕਾਰ ਰੂਪੀ ਜਿਹੜਾ ਰਾਵਣ ਸੀ ਉਹਨੂੰ ਰਾਮ 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 ਦਾ ਜਾਪ ਜਪਦਿਆਂ, ਯਾਨੀ ਕਿ ਰਾਮ ਨਾਮ ਦੀ ਆਰਾਧਨਾ ਕਰਦਿਆਂ ਹੰਕਾਰ ਰੂਪੀ ਰਾਵਣ ਨੂੰ ਗੁਰਮੁਖਾਂ ਨੇ ਆਪਣੇ ਅੰਦਰੋਂ ਮਾਰ ਮੁਕਾਇਆ। ਵੇਦ ਪਬੀਕਣ ਗੁਰਮੁਖ ਪਰਚਾਇਣ। ਔਰ ਜਿਵੇਂ ਕਹਿੰਦੇ ਰਾਵਣ ਨੂੰ ਮਾਰਨ ਵਾਸਤੇ ਸ਼੍ਰੀ ਰਾਮਚੰਦਰ ਨੂੰ ਵਿਭੀਸ਼ਣ ਨੇ ਭੇਦ ਦਿੱਤਾ ਸੀ ਨਾ, ਵੀ ਇਹਦੀ ਨਾਭੀ 'ਚ ਤੀਰ ਮਾਰੇ ਤਾਂ ਮਰੇਗਾ। ਕਹਿੰਦੇ ਇਸੇ ਤਰ੍ਹਾਂ ਗੁਰੂ ਨੇ ਵਿਭੀਸ਼ਣ ਰੂਪ ਹੋ ਕੇ ਭੇਦ ਦੱਸਿਆ ਕਿ ਭਾਈ ਜੇ ਤੂੰ ਤਰਨਾ ਹੈ ਇਸ ਸੰਸਾਰ ਤੋਂ ਤਾਂ ਕੇਵਲ ਇੱਕ ਪਰਮੇਸ਼ਰ ਦਾ ਨਾਮ ਦਾ ਆਸਰਾ ਲੈ। ਨਾਮ ਦੇ ਆਸਰੇ ਹੀ ਤੂੰ ਇਹ ਸੰਸਾਰ ਤੋਂ ਤਰ ਸਕਦਾ ਹੈ। ਇਹ ਸਾਰਾ ਭੇਦ ਗੁਰੂ ਨੇ ਏਦਾਂ ਕਹਿ ਸਕਦੇ ਆ ਵਿਭੀਸ਼ਣ ਰੂਪ ਹੋ ਕੇ ਸਾਰਾ ਭੇਦ ਦਿੱਤਾ ਹੈ। ਗੁਰਮੁਖ ਸਾਇਰ ਪਾਹਣ ਤਾਰੇ। ਗੁਰੂ ਨੇ ਪਾਪਾਂ ਨਾਲ ਪੱਥਰਾਂ ਵੱਤ ਜਿਹੜੇ ਭਾਰੇ ਜੀਵ ਸਨ, ਜਿਹੜੇ ਜੀਵ ਪਾਪ ਕਰਮ ਕਰਦਿਆਂ ਪੱਥਰਾਂ ਵਾਂਗੂ ਭਾਰੇ ਸਨ, ਉਹ ਪੱਥਰਾਂ ਵਾਂਗੂ ਭਾਰੇ ਜੀਵ ਜਿਹੜੇ ਪਾਪਾਂ ਦੇ ਭਾਰ ਥੱਲੇ ਦੱਬੇ ਹੋਏ ਸੀ, ਗੁਰੂ ਨੇ ਉਹਨਾਂ ਤੇ ਵੀ ਤਰਸ ਕਰਕੇ ਉਹਨਾਂ ਨੂੰ ਇਸ ਭਵ ਸਾਗਰ ਤੋਂ ਤਾਰ ਦਿੱਤਾ। ਜਿਵੇਂ ਸ਼੍ਰੀ ਰਾਮਚੰਦਰ ਨੇ ਪੱਥਰ ਤਾਰੇ ਨੇ ਸਮੁੰਦਰ ਤੇ, ਏਦਾਂ ਗੁਰੂ ਨੇ ਜਿਹੜੇ ਪੱਥਰਾਂ ਦੇ ਸਮਾਨ ਜੀਵ ਸਨ, ਪਾਪ ਕਰਮਾਂ ਦੇ ਭਾਰ ਥੱਲੇ ਦੱਬੇ ਹੋਏ, ਉਹ ਗੁਰੂ ਸਾਹਿਬ ਨੇ ਤਰਸ ਕਰਕੇ ਦਇਆ ਕਰਕੇ ਤਾਰ ਦਿੱਤੇ ਹਨ। ਗੁਰਮੁਖ ਕੋਟ 33 ਉਧਾਰੇ। ਜਾਂ ਇਸ ਤਰ੍ਹਾਂ ਕਹਿ ਲਈਏ 33 ਕਰੋੜ ਨਹੀਂ, ਕਈ ਜੀਵ ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਮਹਾਰਾਜ ਜੀ ਨੇ ਨਾਮ ਦੀ ਕਣੀ ਦੇ ਕੇ ਤਿਨਾਂ ਨੂੰ ਤਾਰ ਦਿੱਤਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਏਕ ਕਣੀ। ਪਰਮੇਸ਼ਰ ਦੇ ਇੱਕ ਅੰਮ੍ਰਿਤ ਨਾਮ ਦੀ ਕਣੀ ਦੇ ਕੇ ਸਤਿਗੁਰੂ ਜੀ ਨੇ ਸੰਸਾਰ ਤੋਂ ਹਜ਼ਾਰਾਂ ਨਹੀਂ, ਲੱਖਾਂ ਨਹੀਂ, ਕਰੋੜਾਂ ਹੀ ਜੀਵ ਨੇ ਜਿਹੜੇ ਉਧਾਰ ਦਿੱਤੇ ਨੇ, ਤਾਰ ਦਿੱਤੇ ਹਨ। ਚੌਪਈ ਸ਼੍ਰੀ ਗੁਰ ਭਨੇ ਵਿਭੀਖਣ ਸੁਣੀਏ। ਧੰਨ ਗੁਰੂ ਨਾਨਕ ਸਾਹਿਬ ਜੀ ਬੋਲੇ, ਕਹਿੰਦੇ ਹੇ ਵਿਭੀਸ਼ਣ ਸੁਣ ਧਿਆਨ ਨਾਲ। ਆਗੇ ਹੀ ਗੁਰਮੁਖ ਮਨ ਗੁਨੀਏ। ਪਹਿਲਾਂ ਹੀ ਗੁਰਮੁਖ ਬਣ ਕੇ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਵਿਚਾਰ। ਭੇਦ ਆਏ ਦੀਨੋ ਸ਼੍ਰੀ ਰਾਮੋ। ਤੂੰ ਭੇਦ ਦਿੱਤਾ ਸੀ ਸ਼੍ਰੀ ਰਾਮਚੰਦਰ ਨੂੰ ਰਾਵਣ ਨੂੰ ਮਾਰਨ ਦਾ, ਨਹੀਂ ਤਾਂ ਰਾਵਣ ਮਾਰਿਆ ਨਹੀਂ ਸੀ ਜਾਂਦਾ। ਤੂੰ ਭੇਦ ਦਿੱਤਾ ਸੀ ਆ ਕੇ ਸ਼੍ਰੀ ਰਾਮਚੰਦਰ ਜੀ ਨੂੰ ਮਾਰਨ ਦਾ। ਰਾਵਣ ਮਾਰ ਕਰੇ ਸਭ ਕਾਮੋ। ਔਰ ਰਾਵਣ ਨੂੰ ਮਾਰ ਕੇ ਸ਼੍ਰੀ ਰਾਮਚੰਦਰ ਜੀ ਨੇ ਆਪਣੇ ਸਾਰੇ ਕਾਰਜ ਸੰਪੰਨ ਕੀਤੇ। ਗੁਰ ਕੇ ਸ਼ਬਦ ਰਾਮ ਵਿਚਾਰੇ। ਔਰ ਗੁਰੂ ਦੇ ਸ਼ਬਦ ਜਿਹੜੇ ਨੇ ਉਹ ਵਿਚਾਰੇ। ਸਿੰਧ ਵਿਖੇ ਪਾਹਨ ਵੱਡ ਤਾਰੇ। ਕਹਿੰਦੇ ਜਿਵੇਂ ਸ਼੍ਰੀ ਰਾਮ ਜੀ ਨੇ ਸਮੁੰਦਰ ਤੇ ਪੱਥਰ ਤਾਰੇ ਸਨ ਆਪਣੇ ਨਾਮ ਦੇ ਆਸਰੇ ਨਾਲ, ਇਸੇ ਪ੍ਰਕਾਰ ਨਾਲ ਗੁਰੂ ਨੇ ਦਇਆ ਕਰਕੇ ਤਰਸ ਕਰਕੇ ਇਸ ਮਾਤ ਲੋਕ ਦੀ ਧਰਤੀ ਤੋਂ ਅਨੇਕਾਂ ਜੀਵਾਂ ਨੂੰ ਤਾਰਿਆ ਜਿਹੜੇ ਪੱਥਰਾਂ ਦੇ ਵੱਤ ਸਨ। ਸਤਿਗੁਰ ਸ਼ਬਦ ਸਬਨ ਤੇ ਵਡੋ 33 ਕੋਟ ਸੁਰਨ ਕੋ ਛੱਡੋ। ਮਹਾਰਾਜ ਜੀ ਕਹਿਣ ਲੱਗੇ ਸਤਿਗੁਰਾਂ ਦਾ ਸ਼ਬਦ ਸਭ ਤੋਂ ਵੱਡਾ ਹੈ ਵਿਭੀਸ਼ਣ। ਜਿਹੜਾ ਗੁਰੂ ਦਾ ਸ਼ਬਦ ਹੈ ਇਹ ਐਸਾ ਕਿ 33 ਕਰੋੜ ਦੇਵਤਿਆਂ ਨੂੰ ਵੀ ਛੁਡਾ ਦੇਣ ਵਾਲਾ ਹੈ, ਉਹਨਾਂ ਨੂੰ ਵੀ ਮੋਕਸ਼ ਪ੍ਰਦਾਨ ਕਰ ਦੇਣ ਵਾਲਾ ਹੈ। ਸਤਿਗੁਰਾਂ ਦਾ ਸ਼ਬਦ ਇਤਨਾ ਵੱਡਾ ਹੈ। ਸਤਿਗੁਰ ਸ਼ਬਦ ਹਿਰਦੇ ਵਿਚਾਰੋ। ਇਸ ਕਰਕੇ ਸਤਿਗੁਰਾਂ ਦਾ ਸ਼ਬਦ ਆਪਣੇ ਹਿਰਦੇ 'ਚ ਵਿਚਾਰੋ। ਇਹ ਉਪਦੇਸ਼ ਹਮਾਰੋ ਧਾਰੋ। ਇਹ ਪਵਿੱਤਰ ਉਪਦੇਸ਼ ਹੈ ਸਾਡਾ, ਇਹਨੂੰ ਆਪਣੇ ਹਿਰਦੇ 'ਚ ਵਸਾਓ।
ਇਸ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਸੁਪਨ ਸਮਾਨ ਜਗਤ ਕੋ ਜਾਨੋ। ਇਹ ਸਾਰਾ ਸੰਸਾਰ ਇੱਕ ਸੁਪਨੇ ਦੇ ਸਮਾਨ ਹੈ। ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ। ਜਿਵੇਂ ਰਾਤ ਨੂੰ ਸੁੱਤੇ ਪਿਆਂ ਸੁਪਨਾ ਦਿਸਦਾ ਹੈ, ਤੈਸਾ ਇਹ ਸੰਸਾਰ ਵੀ ਸੁਪਨੇ ਦੇ ਸਮਾਨ ਹੈ, ਇਹ ਜਾਣਨਾ ਕਰ। ਏਕ ਆਤਮਾ ਸਰਬ ਪਛਾਨੋ। ਇੱਕ ਆਤਮਾ ਹੀ ਤ੍ਰਈ ਕਾਲ ਸਤ ਹੈ, ਜੋ ਜਨਮ ਤੋਂ ਪਹਿਲਾਂ ਵੀ ਸੀ, ਮਰਨ ਤੋਂ ਬਾਅਦ ਵੀ ਰਹੇਗੀ। ਉਹੀ ਆਤਮਾ ਤ੍ਰਈ ਕਾਲ ਸਤ ਹੈ। ਦੋਹਰਾ ਸੰਤਨ ਕੀ ਸੰਗਤ ਕਰੋ, ਸੁਖ ਜਿਸ ਮੈਂ ਦਿਨ ਰੈਨ। ਮਹਾਰਾਜ ਜੀ ਕਹਿਣ ਲੱਗੇ, ਸੰਤ ਜਨਾਂ ਦੀ ਤੁਸੀਂ ਸੰਗਤ ਕਰਦੇ ਹੋ ਵਿਭੀਸ਼ਣ ਜੀ, ਤੁਹਾਨੂੰ ਸੰਤਾਂ ਦੀ ਸੰਗਤ ਭਾਉਂਦੀ ਹੈ। ਸੰਤਾਂ ਦੀ ਸੰਗਤ ਦਾ ਇਹ ਪ੍ਰਤਾਪ ਹੈ, ਜਿਨ੍ਹਾਂ ਦੀ ਸੰਗਤ ਵਿੱਚੋਂ ਦਿਨ ਰਾਤ ਦਾ ਸੁਖ ਪ੍ਰਾਪਤ ਹੁੰਦਾ ਹੈ। ਨੀਕੋ ਇਹ ਉਪਦੇਸ਼ ਹੈ, ਮਹਾ ਅਗੀਗਤ ਦੇਨ। ਇਹ ਭਲਾ ਉਪਦੇਸ਼ ਹੈ ਕਿ ਜੇ ਕੋਈ ਮਹਾਪਾਪੀ ਵੀ ਹੋਵੇ, ਸੰਤ ਜਨਾਂ ਦੀ ਸੰਗਤ ਕਰੇ, ਉਹ ਵੱਡੇ ਤੋਂ ਵੱਡੇ ਪਾਪੀ ਵੀ ਇਹ ਸੰਸਾਰ ਤੋਂ ਤਰ ਜਾਂਦੇ ਨੇ, ਉੱਧਰ ਜਾਂਦੇ ਨੇ। ਸਤ ਸੰਗਤ ਦਾ ਇਤਨਾ ਵੱਡਾ ਪ੍ਰਤਾਪ ਹੈ ਕਿ ਜੇ ਕੋਈ ਵੱਡੇ ਤੋਂ ਵੱਡਾ ਅਘੀ ਪਾਪੀ ਵੀ ਸਤ ਸੰਗਤ ਕਰਨ ਲੱਗ ਪਵੇ, ਤੇ ਸਤ ਸੰਗਤ ਦੇ ਪ੍ਰਤਾਪ ਸਦਕਾ ਉਸ ਪਾਪੀ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਜੋ ਪਈ ਤੈ ਚਿਨ ਬੋਲ ਉਠਿਓ ਮਰਦਾਨਾ। ਜਦੋਂ ਸਤਿਗੁਰੂ ਜੀ ਇਹ ਬਚਨ ਕਹਿ ਰਹੇ ਸਨ ਵਿਭੀਸ਼ਣ ਨੂੰ, ਤਾਂ ਲਾਗਿਓ ਭਾਈ ਸਾਹਿਬ ਭਾਈ ਮਰਦਾਨਾ ਜੀ ਬੋਲ ਉੱਠੇ, ਕਹਿਣ ਲੱਗੇ, ਸੁਨਿਓ ਸੋ ਰਹੇ ਇਆਂ ਹਨੂਮਾਨਾ। ਮਹਾਰਾਜ ਜੀ ਇਹ ਤਾਂ ਵਿਭੀਸ਼ਣ ਜੀ ਤਾਂ ਆ ਗਏ ਨੇ, ਦਰਸ਼ਨ ਦੇ ਦਿੱਤੇ ਨੇ ਇਹਨਾਂ ਨੇ। ਮੈਂ ਸੁਣਿਆ ਕਿ ਸ਼੍ਰੀ ਹਨੂਮਾਨ ਜੀ ਵੀ ਇੱਥੇ ਰਹਿੰਦੇ ਹਨ। ਤਿਸੇ ਦਿਖਾਵੋ ਸ਼੍ਰੀ ਪ੍ਰਭ ਅਬਈ। ਮਹਾਰਾਜ ਆਪ ਜੀ ਕਿਰਪਾ ਕਰੋ, ਦਇਆ ਕਰਕੇ ਮੈਨੂੰ ਹਨੂਮਾਨ ਦੇ ਦਰਸ਼ਨ ਵੀ ਕਰਾ ਦਿਓ, ਉਹਦੇ ਨਾਲ ਵੀ ਮਿਲਾਪ ਕਰਾ ਦਿਓ। ਸੁਨਤ ਬਬੀਕਨ ਬੋਲਿਓ ਤਬਈ। ਸੁਣ ਕੇ ਵਿਭੀਸ਼ਣ ਜੀ ਕੋਲੋਂ ਬੋਲੇ, ਕਹਿਣ ਲੱਗੇ, ਰਾਵਨ ਕੌਸਲ ਜਹਾਂ ਮਹਾਨਾ। ਕਹਿਣ ਲੱਗੇ ਕਿ ਜਿੱਥੇ ਰਾਵਣ ਦੀ ਚਿਤਾ ਹੈ ਨਾ, ਜਿੱਥੇ ਰਾਵਣ ਦਾ ਸਰੀਰ ਦਗਧ ਕੀਤਾ ਗਿਆ ਹੈ, ਅਬ ਬੈਠਿਓ ਤੈ ਠਾ ਹਨੂਮਾਨਾ। ਹਨੂਮਾਨ ਰਾਵਣ ਦੀ ਚਿਖਾ ਦੇ ਉੱਤੇ ਹੀ ਬੈਠਾ ਰਹਿੰਦਾ ਤੇ ਉਹਦੀ ਚਿਖਾ ਫਰੋਲਦਾ ਰਹਿੰਦਾ। ਉਹ ਉੱਥੇ ਹੀ ਰਹਿੰਦੇ ਹਨ ਤੇ ਉੱਥੋਂ ਉੱਠ ਕੇ ਕਿਤੇ ਨਹੀਂ ਆਉਂਦੇ ਜਾਂਦੇ। ਬਿਨ ਸ਼੍ਰੀ ਰਾਮ ਨ ਬੰਧਨ ਕਰਈ। ਉਹ ਕੇਵਲ ਸ਼੍ਰੀ ਰਾਮ ਦਾ ਭਗਤ ਹੈ ਤੇ ਸ਼੍ਰੀ ਰਾਮ ਚੰਦਰ ਤੋਂ ਬਿਨਾਂ ਕਿਸੇ ਹੋਰ ਨੂੰ ਬੰਦਨਾ ਨਹੀਂ ਕਰਦਾ। ਉਹ ਕੇਵਲ ਸ਼੍ਰੀ ਰਾਮ ਚੰਦਰ ਜੀ ਨੂੰ ਹੀ ਬੰਦਨਾ ਕਰਦੇ ਨੇ, ਕਿਸੇ ਹੋਰ ਨੂੰ ਉਹ ਬੰਦਨਾ ਨਹੀਂ ਕਰਦੇ। ਆਇਸ ਅਪਰ ਨ ਕੈ ਸਿਰ ਤਰਈ। ਹੋਰ ਕਿਸੇ ਦੀ ਆਗਿਆ, ਕਿਸੇ ਦਾ ਹੁਕਮ ਉਹ ਆਪਣੇ ਸਿਰ ਤੇ ਨਹੀਂ ਧਾਰਦੇ। ਗੁਰੂ ਕਹਿਓ ਅਮ ਰਾਮ ਸਰੂਪਾ। ਮਹਾਰਾਜ ਜੀ ਕਹਿਣ ਲੱਗੇ, ਜੀ ਬੁਲਾਓ ਉਹਨੂੰ, ਹਨੂਮਾਨ ਜੀ ਨੂੰ ਸੱਦ ਲਓ, ਅਸੀਂ ਉਹਨੂੰ ਉਸੇ ਸਰੂਪ 'ਚ ਹੀ ਦਰਸ਼ਨ ਦਿਆਂਗੇ ਜਿਹੜੇ ਸਰੂਪ ਦੇ ਉਹ ਦਰਸ਼ਨ ਕਰਨਾ ਚਾਹੁੰਦਾ ਹੈ। ਜਿਹਦਾ ਉਹ ਇਸ਼ਟ, ਜਿਹਨੂੰ ਇਸ਼ਟ ਜਾਣ ਕੇ ਆਰਾਧਦਾ ਹੈ, ਉਸੇ ਸਰੂਪ ਦੇ ਵਿੱਚ ਹੀ ਅਸੀਂ ਉਹਨੂੰ ਆਪਣੇ ਦਰਸ਼ਨ ਵਿਖਾਵਾਂਗੇ। ਯੁਤ ਸੀਤਾ ਕੇ ਧਰੇ ਅਨੂਪਾ। ਔਰ ਸੀਤਾ ਦੇ ਸਮੇਤ ਉਹਨੂੰ ਦਰਸ਼ਨ ਦੇਵਾਂਗੇ। ਤੈਂ ਬੁਲਾਏ ਕੇ ਦਿਓ ਦਿਖਾਈ। ਜਾਓ ਉਹਨਾਂ ਨੂੰ ਬੁਲਾ ਕੇ ਲਿਆਓ ਤੇ ਦਰਸ਼ਨ ਕਰਾ ਦਿਓ। ਹੁਣ ਹਮੇ ਆਵਨ ਹੋਏ ਕਦਾਈ। ਮਹਾਰਾਜ ਜੀ ਕਹਿੰਦੇ, ਹੁਣ ਆਏ ਆ, ਮੁੜ ਕੇ ਖਬਰੇ ਕਦੋਂ ਆਈਏ। ਆਏ ਹਾਂ, ਹੁਣ ਹਨੂਮਾਨ ਨੂੰ ਕਹੋ ਵੀ ਜੇ ਰਾਮ ਦੇ ਦਰਸ਼ਨ ਕਰਨੇ ਆ ਸੀਤਾ ਸਮੇਤ ਤੇ ਆ ਜਾਣ, ਆ ਕੇ ਦਰਸ਼ਨ ਕਰ ਲੈਣੇ। ਸਾਡਾ ਸੁਨੇਹਾ ਉਹਨਾਂ ਤੱਕ ਪਹੁੰਚਦਾ ਕਰ ਦਿਓ। ਤਬ ਇੱਕ ਰਾਖਸ਼ ਤਹਾਂ ਪਠਾਇਓ। ਉਸੇ ਵੇਲੇ ਵਿਭੀਸ਼ਣ ਨੇ ਆਪਣਾ ਇੱਕ ਦੂਤ ਉੱਥੇ ਭੇਜਿਆ ਜਿੱਥੇ ਸ਼੍ਰੀ ਹਨੂਮਾਨ ਜੀ ਰਾਵਣ ਦੀ ਚਿਖਾ ਵਿੱਚ ਬੈਠੇ ਸਨ। ਗਇਓ ਨਿਕਟਿਓ ਬੈਨ ਸੁਨਾਇਓ। ਕੋਲ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ, ਵਹਿਰ ਲੰਕ ਸ਼੍ਰੀ ਰਾਮ ਸੁਹਾਵਤ। ਕਹਿਣ ਲੱਗੇ, ਹੇ ਹਨੂਮਾਨ, ਬਾਹਰ ਸ਼੍ਰੀ ਰਾਮ ਆਪ ਆਏ ਹਨ ਚੱਲ ਕੇ। ਉਹਨੂੰ, ਕਿਉਂਕਿ ਹਨੂਮਾਨ ਤਾਂ ਰਾਮ ਭਗਤ ਹੀ ਸੀ, ਰਾਮ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਹੀ ਨਹੀਂ ਸੀ ਕਰਦਾ। ਹੁਣ ਐਸੇ ਕਰੋੜਾਂ ਸ਼੍ਰੀ ਰਾਮ ਚੰਦਰ ਅਕਾਲ ਪੁਰਖ ਦੀ ਦੇਹ ਵਿੱਚ ਵਸਦੇ ਨੇ। ਕਲਗੀਧਰ ਸੁਆਮੀ ਜੀ ਦੇ ਬਚਨ ਨੇ, ਕਾਲ ਪੁਰਖ ਕੀ ਦੇਹ ਮੋ
ਕੋਟਕ ਬਿਸ਼ਨ ਮਹੇਸ਼। ਅਕਾਲ ਪੁਰਖ ਦੀ ਜਿਹੜੀ ਦੇਹ ਹੈ ਉਹਦੇ ਚ ਕਰੋੜਾਂ ਹੀ ਵਿਸ਼ਨੂੰ ਨੇ, ਕਰੋੜਾਂ ਹੀ ਸ਼ਿਵ ਜੀ ਨੇ, ਕਰੋੜਾਂ ਹੀ ਬ੍ਰਹਮਾ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਐਸਾ ਵਿਸਥਾਰ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਅਵਤਾਰ ਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤੋ ਆਖਿਆ ਜੀ ਸ਼੍ਰੀ ਰਾਮ ਹੀ ਆਪ ਆਏ ਨੇ, ਮਾਨੋ ਚਲੋ ਤੇ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਓ। ਸੀਤਾ ਯੁਤ ਸੋ ਤੁਝੇ ਬੁਲਾਵਤ, ਉਹ ਸੀਤਾ ਸਮੇਤ ਤੁਹਾਨੂੰ ਦਰਸ਼ਨ ਦੇਣਗੇ, ਐਸਾ ਉਹਨਾਂ ਨੇ ਬਚਨ ਅਲਾਇਆ ਹੈ। ਨਿਕਟ ਬਬੀਕਨ ਗਿਓ ਅਗਾਰੀ, ਔਰ ਰਾਜਾ ਬਭੀਸ਼ਣ ਲੰਕਾਪਤੀ ਵੀ ਉਹਨਾਂ ਦੇ ਪਾਸ ਇਸ ਵਕਤ ਬੈਠਾ ਹੈ। ਮੈਂ ਆਇਓ ਤੁਮ ਕੋ ਸੁਧਕਾਰੀ, ਤੇ ਮੈਂ ਤੁਹਾਨੂੰ ਖਬਰ ਦੇਣ ਆਇਆ, ਤੁਹਾਨੂੰ ਬੁਲਾਉਣ ਵਾਸਤੇ ਆਇਆ ਹਾਂ। ਸੁਨਤ ਚੌਂਪ ਕਰਕੇ ਹਨੂਮਾਨਾ, ਇਹ ਸੁਣਦਿਆਂ ਸ਼੍ਰੀ ਹਨੂਮਾਨ ਜੀ ਬੜੇ ਉਤਸ਼ਾਹਿਤ ਹੋਏ, ਬੜੇ ਖੁਸ਼ ਹੋਏ ਕਿ ਮੈਨੂੰ ਮੇਰੇ ਇਸ਼ਟ ਦੇਵ ਦੇ ਦਰਸ਼ਨ ਹੋਣਗੇ। ਚੱਲਿਓ ਸੰਗ ਹਿਰਦੈ ਹਰ ਖਾਨਾ, ਉਹ ਨਾਲ ਹੀ ਚੱਲ ਪਏ, ਬੜੇ ਖੁਸ਼, ਬੜੇ ਖੇੜੇ ਵਿੱਚ ਆਨੰਦ ਵਿੱਚ ਟੁਰੇ ਜਾਂਦੇ ਨੇ ਹਨੂਮਾਨ ਜੀ। ਰਘੁਬਰ ਕੋ ਸ਼੍ਰੀ ਗੁਰ ਬਪ ਧਰਾ, ਕਹਿੰਦੇ ਜਦੋਂ ਗਏ ਤੇ ਕੀ ਵੇਖਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਤਾਂ ਉਸੇ ਰੂਪ 'ਚ ਹੀ ਨੇ, ਪਰ ਹਨੂਮਾਨ ਜੀ ਨੂੰ ਇਸ ਤਰ੍ਹਾਂ ਨਜ਼ਰ ਆਉਂਦੇ ਨੇ ਕਿ ਮਾਨੋ ਜਿਵੇਂ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਸਰੂਪ ਹੋਵੇ, ਕਿਉਂਕਿ ਉਹਨੂੰ ਤਾਂ ਆਪਣਾ ਇਸ਼ਟ ਪਿਆਰਾ ਸੀ ਨਾ। ਆਪਣੇ ਇਸ਼ਟ ਦੀ ਕਲਪਨਾ ਗੁਰੂ ਸਾਹਿਬ 'ਚ ਕੀਤੀ ਹੈ। ਜੈਸਾ ਸਰੂਪ ਕਰਕੇ ਕੋਈ ਗੁਰਦੇਵ ਨੂੰ ਆਰਾਧਦਾ ਹੈ, ਪਾਤਸ਼ਾਹ ਉਸੇ ਸਰੂਪ ਵਿੱਚ ਹੀ ਉਹਨੂੰ ਦਰਸ਼ਨ ਦਿਦਾਰੇ ਬਖਸ਼ ਦਿੰਦੇ ਹਨ। ਹੁਣ ਹਨੂਮਾਨ ਜੀ ਦੇ ਇਸ਼ਟ ਸ਼੍ਰੀ ਰਾਮਚੰਦਰ ਨੇ, ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਤਾਂ ਆਪਣੇ ਉਸੇ ਰੂਪ 'ਚ ਹੀ ਨੇ ਜੋ ਉਹਨਾਂ ਦਾ ਹੈ, ਨਿਰੰਕਾਰ ਸਵਰੂਪ, ਪਰ ਹਨੂਮਾਨ ਜੀ ਨੂੰ ਰਾਮ ਰੂਪ ਹੋ ਕੇ ਨਜ਼ਰ ਆ ਰਹੇ ਨੇ। ਉਹਨਾਂ ਨੂੰ ਇਉਂ ਜਾਪਦਾ ਕਿ ਮਾਨੋ ਭਗਵਾਨ ਰਾਮਚੰਦਰ ਜੀ ਬੈਠੇ ਹਨ। ਮੈਂ ਤੈ ਛਿਨ ਲਛਮਨ ਤਨ ਕਰਾਂ, ਔਰ ਭਾਈ ਬਾਲਾ ਜੀ ਉਹਨਾਂ ਨੂੰ ਲਛਮਣ ਰੂਪ ਹੋ ਕੇ ਨਜ਼ਰ ਆ ਰਹੇ ਨੇ। ਸੀਤਾ ਵੇਖ ਕੀਨ ਮਰਦਾਨਾ, ਔਰ ਭਾਈ ਮਰਦਾਨਾ ਜੀ ਸੀਤਾ ਰੂਪ ਹੋ ਕੇ ਦਿਸ ਰਹੇ ਹਨ। ਆਇਓ ਤੈ ਠਾ ਹਨੂਮਾਨਾ, ਉੱਥੇ ਚੱਲ ਕੇ ਹਨੂਮਾਨ ਜੀ ਪਹੁੰਚ ਗਏ, ਹਾਜ਼ਰ ਹੋ ਗਏ। ਗਿਰ ਕੰਚਨ ਸਮ ਦੇਹ ਕਰਾਲਾ, ਹਨੂਮਾਨ ਜੀ ਦੀ ਜਿਹੜੀ ਦੇਹ ਹੈ ਉਹ ਕੰਚਨ ਵਰਨੀਏ ਹੈ, ਸਵਰਨ ਦੀ ਸੋਨੇ ਦਾ ਜਿਵੇਂ ਰੰਗ ਹੁੰਦਾ ਹੈ ਇਦਾਂ ਦੀ ਦੇਹ ਹੈ। ਇਸ ਕਰਕੇ ਕਹਿੰਦੇ ਇਉਂ ਜਾਪਦਾ ਜਿਵੇਂ ਸੋਨੇ ਦਾ ਪਹਾੜ ਹੀ ਹੋਵੇ, ਇਤਨੀ ਵਿਸ਼ਾਲ ਵਜਰ ਕਾਇਆ ਹੈ। ਕਾਂਦੇ ਧਾਰੀ ਗੁਰਜ ਵਿਸਾਲਾ, ਔਰ ਮੋਢੇ ਦੇ ਉੱਤੇ ਬੜੀ ਵੱਡੀ ਭਾਰੀ ਗੁਰਜ ਧਾਰਨ ਕੀਤੀ ਹੋਈ ਹੈ। ਕੀਨ ਬੰਦਨਾ ਪਦ ਅਰਬਿੰਦਾ, ਆ ਕੇ ਸ਼੍ਰੀ ਹਨੂਮਾਨ ਜੀ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਬੈਠ ਗਿਓ ਉਰ ਅਧਿਕ ਆਨੰਦਾ, ਹਿਰਦੇ 'ਚ ਬੜਾ ਆਨੰਦ, ਬੜਾ ਖੇੜਾ, ਬੜੀ ਖੁਸ਼ੀ ਹੈ। ਰੂਪ ਬਿਲੋਕਤ ਲੋਚਨ ਭਰ ਕੇ, ਕਿਉਂਕਿ ਆਪਣੇ ਇਸ਼ਟ ਦੇ ਦਰਸ਼ਨ ਹੋ ਰਹੇ ਨੇ ਗੁਰੂ ਸਾਹਿਬ ਦੇ ਸਰੂਪ 'ਚੋਂ। ਜੋ ਸ਼੍ਰੀ ਹਨੂਮਾਨ ਜੀ ਦੇ ਇਸ਼ਟ ਨੇ ਉਹ ਗੁਰੂ ਸਾਹਿਬ ਜੀ ਦੇ ਸਰੂਪ ਵਿੱਚੋਂ ਉਹਨਾਂ ਨੂੰ ਨਜ਼ਰ ਆ ਰਹੇ ਨੇ। ਅੱਖਾਂ ਭਰ ਭਰ ਕੇ ਦਰਸ਼ਨ ਕਰਦੇ ਹਨ। ਮਹਾ ਪ੍ਰੇਮ ਪੁਲ ਕਾਵਲ ਕਰਕੇ, ਔਰ ਇਤਨਾ ਪ੍ਰੇਮ ਕੇ ਪ੍ਰੇਮ 'ਚ ਸ਼੍ਰੀ ਹਨੂਮਾਨ ਜੀ ਦੇ ਸਾਰੇ ਰੋਮ ਖਿੜ ਗਏ। ਤੈ ਚਿਨ ਬੋਲੇ ਕਿਰਪਾ ਨਿਦਾਨਾ, ਹਨੂਮਾਨ ਦਾ ਪ੍ਰੇਮ ਭਾਵ ਵੇਖ ਕੇ ਕਿਰਪਾ ਨਿਧਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ। ਸੁਨੋ ਬੈਨ ਅਮਰੇ ਹਨੂਮਾਨਾ, ਮਹਾਰਾਜ ਜੀ ਕਹਿਣ ਲੱਗੇ, ਹੈ ਹਨੂਮਾਨ ਜੀ ਸੁਣੋ ਸਾਡੇ ਬਚਨ। ਦੋਹਰਾ ਸਰਬ ਵਿਆਪੀ ਮੋਏ ਕੋ, ਜਬ ਜਾਣੇ ਮਨ ਮਾਏ। ਮਹਾਰਾਜ ਜੀ ਕਹਿਣ ਲੱਗੇ, ਹਨੂਮਾਨ ਤੈਂ ਰਾਮ ਨੂੰ ਕੇਵਲ ਇੱਕ ਸਰੀਰ ਵਿੱਚ ਵੇਖਿਆ ਤੇ ਉਸੇ ਨੂੰ ਹੀ ਆਪਣਾ ਇਸ਼ਟ ਜਾਣਿਆ। ਅਸਲ ਵਿੱਚ ਉਹ ਰਾਮ ਉਸ ਰਮੇ ਹੋਏ ਰਾਮ ਦਾ ਇੱਕ ਹਿੱਸਾ ਸੀ। ਰਮਿਆ ਹੋਇਆ ਰਾਮ ਸਰਬ ਵਿਆਪੀ ਹੈ। ਹੇ ਹਨੂਮਾਨ ਤੂੰ ਮੈਨੂੰ ਸਰਬ ਥਾਵਾਂ ਤੇ ਸਰਬ ਜਗ੍ਹਾਵਾਂ ਤੇ ਵਿਆਪਕ ਰੂਪ ਕਰਕੇ ਵੇਖ, ਕੇਵਲ ਇੱਕ ਜਗ੍ਹਾ ਤੇ ਨਾ ਵੇਖਣਾ ਕਰ। ਮੈਂ ਸਰਬ ਥਾਈ ਹਾਂ, ਸਰਬ ਜਗ੍ਹਾਵਾਂ ਵਿੱਚ ਹਾਂ, ਸਰਬ ਵਿਆਪੀ ਹਾਂ। ਸਦਾ ਮਿਲਿਓ ਹਮ ਸੋ ਰਹੇ, ਵਿਚਰਨ ਹੋਏ ਕਬ ਨਾਏ। ਜਿਹੜੇ ਮੈਨੂੰ ਸਰਬ ਥਾਵਾਂ ਤੇ ਵਿਆਪਕ ਕਰਕੇ ਵੇਖਦੇ ਨੇ ਮਨ ਵਿੱਚ,
ਉਹ ਫਿਰ ਮੈਨੂੰ ਸਦਾ ਹੀ ਮਿਲੇ ਰਹਿੰਦੇ ਨੇ, ਉਹ ਕਦੇ ਵੀ ਮੇਰੇ ਤੋਂ ਨਹੀਂ ਵਿਛੜਦੇ। ਜਿਹੜੇ ਮੈਨੂੰ ਇੱਕ ਦੇਸ਼ੀ ਸਮਝ ਲੈਣ ਵੀ ਇੱਕ ਜਗ੍ਹਾ ਤੇ ਬੈਠੇ ਨੇ, ਉਹਨਾਂ ਨੇ ਤਾਂ ਮਿਲਣਾ ਵੀ ਹੈ ਤੇ ਵਿਛੜਨਾ ਵੀ ਹੈ ਉੱਥੋਂ। ਜਿਨ੍ਹਾਂ ਨੇ ਇਹ ਜਾਣ ਲੈਣਾ ਕਿ ਮੈਂ ਸਰਬ ਥਾਵਾਂ ਤੇ ਹਾਂ ਔਰ ਸਰਬ ਜਗ੍ਹਾਵਾਂ ਤੇ ਵਿਆਪਕ ਹਾਂ, ਫਿਰ ਉਹ ਹਰ ਜਗ੍ਹਾ ਤੇ ਹੀ ਮਿਲੇ ਰਹਿੰਦੇ ਨੇ, ਕਦੇ ਵਿਛੜਦੇ ਹੀ ਨਹੀਂ। ਹੇ ਹਨੂਮਾਨ, ਤੈਂ ਕੇਵਲ ਰਾਮ ਜੀ ਨੂੰ ਇੱਕ ਜਗ੍ਹਾ ਤੇ ਵੇਖਿਆ, ਇੱਕ ਦੇਸ਼ੀ ਕਰਕੇ ਜਾਣਿਆ, ਤਦੇ ਬਿਰਹਾ ਦੇ ਵਿੱਚ ਹੈ। ਜੇ ਤੂੰ ਇਹ ਜਾਣ ਲਵੇਂ ਕਿ ਉਹ ਰਾਮ ਅਕਾਲ ਪੁਰਖ ਪਰਮੇਸ਼ਰ ਸਰਬ ਥਾਈ ਹੈ, ਸਰਬ ਜਗ੍ਹਾਵਾਂ ਵਿੱਚ ਹੈ, ਤਾਂ ਫਿਰ ਤੂੰ ਕਦੇ ਵੀ ਉਹਦੇ ਤੋਂ ਨਹੀਂ ਵਿਛੜੇਗਾ। ਚੌਪਈ ਦੇਖਤ ਹੋ ਜਿਤਨੋ ਤਨ ਸਾਰੇ। ਔਰ ਦੂਜਾ ਸੁਣ, ਤੂੰ ਕਹਿਣਾ ਸੀਤਾ ਕੌਣ ਹੈ? ਸੀਤਾ ਪਰਮੇਸ਼ਰ ਦੀ ਮਾਇਆ ਹੈ। ਮਹਾਰਾਜ ਜੀ ਕਹਿੰਦੇ ਪਰਮੇਸ਼ਰ ਰਾਮ ਰਮਿਆ ਹੋਇਆ ਸਰਬ ਥਾਈ, ਔਰ ਉਹਦੀ ਜਿਹੜੀ ਮਾਇਆ ਉਹੀ ਸੀਤਾ ਹੈ। ਪਾਤਸ਼ਾਹ ਕਹਿੰਦੇ ਜਿੰਨੇ ਵੀ ਜੀਵ ਜੰਤੂ ਤੂੰ ਵੇਖਦਾ, ਸਭ ਜਾਨੋ ਸੀਤਾ ਇਹ ਤਾਰੇ। ਇਹ ਸਾਰੇ ਮੰਨ ਲਓ ਵੀ ਮਾਇਆ ਰੂਪੀ ਸੀਤਾ ਨਹੀਂ ਤਨ ਧਾਰਨ ਕੀਤੇ ਹੋਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਇੱਕ ਸੀਤਾ ਤਾਂ ਉਹ ਹੈ ਜਨਕ ਦੀ ਲੜਕੀ, ਜੋ ਭਗਵਾਨ ਰਾਮਚੰਦਰ ਨੂੰ ਵਿਆਹੀ। ਇੱਕ ਸੀਤਾ ਇਹ ਹੈ ਜਿਹੜੀ ਪਰਮੇਸ਼ਰ ਦੀ ਮਾਇਆ ਸਾਰੇ ਸੰਸਾਰ ਵਿੱਚ ਸਰੀਰ ਧਾਰਨ ਕਰਕੇ ਫਿਰਦੀ ਹੈ। ਇਹ ਜਿੰਨੇ ਜੀਵ ਜੰਤੂ ਨੇ ਪਰਮੇਸ਼ਰ ਦੀ ਮਾਇਆ ਨਹੀਂ ਸਰੀਰ ਧਾਰੇ ਨੇ ਸਾਰੇ। ਮਹਾਰਾਜ ਜੀ ਕਹਿੰਦੇ ਮਾਇਆ ਪਰਮੇਸ਼ਰ ਦੀ ਸੀਤਾ ਹੈ। ਸੋ ਸੀਤਾ ਪੁਨ ਧਰ ਰਘੁਬੀਰੂ। ਕਹਿੰਦੇ ਉਸੇ ਮਾਇਆ ਰੂਪੀ ਸੀਤਾ ਨੇ ਰਘੁਬੀਰ ਯਾਨੀ ਕਿ ਰਾਮਚੰਦਰ ਰੂਪ ਹੋ ਕੇ ਸਰੀਰ ਧਾਰਨ ਕੀਤਾ। ਸੋ ਲਖਮਨ ਕੋ ਬਨੀ ਸਰੀਰ। ਉਹੀ ਮਾਇਆ ਲਛਮਣ ਦਾ ਸਵਰੂਪ ਹੋ ਕੇ ਲਛਮਣ ਬਣ ਗਈ। ਸਭ ਬਾਂਦਰ ਦਲ ਸੋ ਜਾਨੋ। ਜਿੰਨੇ ਬਾਂਦਰਾਂ ਦਾ ਵਾਨਰਾਂ ਦਾ ਦਲ ਸੀ ਉਹ ਵੀ ਸੀਤਾ ਹੀ ਸੀ, ਉਹ ਪਰਮੇਸ਼ਰ ਦੀ ਮਾਇਆ ਹੀ ਸੀ। ਉਸੇ ਨੇ ਵਾਨਰਾਂ ਦਾ ਸਰੀਰ ਧਾਰਨ ਕੀਤਾ ਹੋਇਆ। ਬਾਲੀ ਜਾਮਵੰਤ ਪਹਿਚਾਨੋ। ਚਾਹੇ ਉਹ ਬਾਲੀ ਹੈ, ਜਾਮਵੰਤ ਹੈ, ਸੁਗਰੀਵ ਹੈ, ਇਹ ਸਾਰੇ ਪਰਮੇਸ਼ਰ ਦੀ ਮਾਇਆ ਰੂਪੀ ਸੀਤਾ ਨੇ ਤਨ ਧਾਰਨ ਕੀਤੇ ਹੋਏ ਨੇ। ਅੰਗਦ ਔਰ ਸੁਗਰੀਵ ਸੋ ਸੀਤਾ। ਚਾਹੇ ਅੰਗਦ ਹੈ ਚਾਹੇ ਸੁਗਰੀਵ ਹੈ, ਇਹ ਸਭ ਸੀਤਾ ਰੂਪੀ ਹਨ। ਸਭ ਰਾਖਸ਼ ਤਨ ਤਿਨ ਹੀ ਕੀਤਾ। ਔਰ ਜਿੰਨੇ ਰਾਖਸ਼ ਨੇ ਇਹ ਸਾਰੇ ਰਾਖਸ਼ਾਂ ਦੇ ਸਰੀਰ ਵੀ ਪਰਮੇਸ਼ਰ ਦੀ ਮਾਇਆ ਰੂਪੀ ਸੀਤਾ ਨੇ ਤਨ ਧਾਰਨ ਕੀਤੇ ਹੋਏ ਨੇ। ਰਾਵਣ ਆਦਿ ਬਭੀਖਨ ਸਭਈ। ਚਾਹੇ ਉਹ ਰਾਵਣ ਹੈ ਚਾਹੇ ਉਹ ਵਿਭੀਸ਼ਣ ਹੈ, ਤਨ ਸੀਤਾ ਤਾਰਤ ਲਖ ਅਬਈ। ਇਹ ਹੁਣ ਵੀ ਮੰਨ ਲਓ ਜਿਹੜੇ ਤੇਰੇ ਸਾਹਮਣੇ ਬੈਠੇ ਨੇ ਸੀਤਾ ਹੀ ਹੈ, ਮਾਇਆ ਰੂਪੀ ਸੀਤਾ। ਉਸੇ ਨੇ ਵਿਭੀਸ਼ਣ ਦਾ ਤਨ ਧਾਰਿਆ, ਉਸੇ ਨੇ ਰਾਵਣ ਦਾ ਤਨ ਧਾਰਨ ਕੀਤਾ ਹੋਇਆ। ਬਿਨ ਸੀਤਾ ਕੇ ਕਹੋ ਨਾ ਔਰਾ। ਜਿੰਨਾ ਵੀ ਕੁਝ ਨਜ਼ਰ ਆ ਰਿਹਾ ਇਹ ਸਭ ਸੀਤਾ ਹੀ ਹੈ। ਮਹਾਰਾਜ ਜੀ ਕਹਿੰਦੇ ਇਹ ਸਭ ਸੀਤਾ ਹੀ ਹੈ, ਯਾਨੀ ਕਿ ਇਹ ਸਭ ਮਾਇਆ ਹੀ ਹੈ। ਇੱਥੇ ਮਾਇਆ ਨੂੰ ਹੀ ਸੀਤਾ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ। ਮਹਾਰਾਜ ਜੀ ਕਹਿੰਦੇ ਮਾਇਆ ਹੀ ਹੈ ਜਿਹੜੀ ਇਹ ਸੀਤਾ ਰੂਪ ਹੋ ਕੇ ਸਾਰੇ ਜਗਤ ਵਿੱਚ ਵਿਆਪਕ ਹੈ। ਦ੍ਰਿਸ਼ਟ ਜੋ ਆਵਤ ਸੋ ਸਭ ਠੌਰਾ। ਸਰਬ ਥਾਵਾਂ ਤੇ ਜੋ ਕੁਝ ਵੀ ਦ੍ਰਿਸ਼ਟੀ ਆ ਰਿਹਾ ਨਜ਼ਰ ਆ ਰਿਹਾ ਹੈ। ਦੋਹਰਾ ਸੋ ਸੀਤਾ ਸਭ ਜਗ ਪਈ। ਸਤਿਆਲੇ ਕਰ ਰਾਮ। ਕਹਿੰਦੇ ਉਹੀ ਮਾਇਆ ਰੂਪੀ ਸੀਤਾ ਇਹ ਜਗਤ ਰੂਪ ਹੋਈ। ਕਿਵੇਂ ਹੋਈ? ਪਰਮੇਸ਼ਰ ਰੂਪੀ ਰਾਮ ਦੀ ਸੱਤਾ ਲੈ ਕੇ। ਕਿਉਂਕਿ ਮਾਇਆ ਨੇ ਪਰਮੇਸ਼ਰ ਦੀ ਚੇਤਨਾ ਲੈ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰਮਾਤਮਾ ਦੀ ਸੱਤਾ ਲੈ ਕੇ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਮਾਇਆ ਸੀਤਾ ਹੈ, ਪਰਮਾਤਮਾ ਰਮਿਆ ਹੋਇਆ ਰਾਮ ਹੈ। ਉਸੇ ਦੀ ਸੱਤਾ ਨਾਲ ਇਸ ਸੀਤਾ ਰੂਪੀ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਭਗਤ ਨਾਮਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ, ਉਹ ਕਹਿੰਦੇ ਅਸਗਾ ਅਸ ਉਸਗਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਇਸ ਮਾਇਆ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਦਾ ਅਕਸ਼ ਹੈ। ਉਸੇ ਦੀ ਚੇਤਨਾ ਲੈ ਕੇ ਇਸ ਮਾਇਆ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਔਰ ਇਹ ਮਾਇਆ ਹੀ ਸੀਤਾ ਸਮਝ ਲੈ ਹਨੂਮਾਨ।
ਤੂੰ ਕੇਵਲ ਜਨਕ ਪੁੱਤਰੀ ਨੂੰ ਹੀ ਸੀਤਾ ਰੂਪ ਕਰਕੇ ਵੇਖ ਰਿਹਾ ਹੈ। ਅਸਲ ਵਿੱਚ ਜੋ ਕੁਝ ਵੀ ਦ੍ਰਿਸ਼ਟੀ ਆ ਰਿਹਾ ਹੈ ਇਹ ਸਭ ਸੀਤਾ ਹੀ ਹੈ, ਇਹ ਸਭ ਮਾਇਆ ਹੀ ਹੈ। ਔਰ ਇਸ ਮਾਇਆ ਨੇ ਪਰਮਾਤਮਾ ਦੀ ਚੇਤਨਾ ਲੈ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਉਪਜਾਵਤ ਸਭ ਜਗਤ ਕੋ ਪੁਨ ਪਾਲਤ ਸੁਖ ਧਾਮ। ਇਹ ਉਪਜਾਉਂਦੀ ਵੀ ਹੈ, ਜਗਤ ਦੇ ਜੀਵਾਂ ਨੂੰ ਪੈਦਾ ਵੀ ਕਰਦੀ ਹੈ ਔਰ ਫਿਰ ਉਹਨਾਂ ਨੂੰ ਪਾਲਦੀ ਵੀ ਹੈ। ਇੱਕ ਸੰਸਾਰੀ, ਇੱਕ ਭੰਡਾਰੀ। ਭੰਡਾਰੀ ਮਤਲਬ ਪਾਲਦੀ ਵੀ ਹੈ। ਜੋ ਪਈ ਸੋ ਸੀਤਾ ਪੁਨ ਕਰਤ ਸੰਘਾਰਾ। ਫਿਰ ਇੱਕ ਲਾਏ ਦੀ ਬਾਣ, ਫਿਰ ਇਹ ਸੰਘਾਰਦੀ ਵੀ ਆ, ਖਤਮ ਵੀ ਇਹੀ ਕਰਦੀ ਹੈ। ਇਹ ਮਾਇਆ ਪਰਮਾਤਮਾ ਦੀ ਸੱਤਾ ਲੈ ਕੇ ਹੀ ਜੀਵਾਂ ਨੂੰ ਪੈਦਾ ਕਰਦੀ ਹੈ, ਫਿਰ ਪਾਲਦੀ ਹੈ, ਫਿਰ ਸੰਘਾਰ ਵੀ ਕਰਦੀ ਹੈ। ਜਿਵੇਂ ਲੋਹੇ ਦਾ ਟੁਕੜਾ ਅੱਗ 'ਚ ਰੱਖ ਦਿਓ, ਅੱਗ ਦੇ ਸੰਜੋਗ ਕਰਕੇ ਉਹਦੇ 'ਚ 3 ਸ਼ਕਤੀਆਂ ਪੈਦਾ ਹੁੰਦੀਆਂ। ਉਹ ਲੋਹੇ ਦਾ ਟੁਕੜਾ ਲਾਲ ਸੁਰਖ ਹੋ ਜਾਂਦਾ, ਪ੍ਰਕਾਸ਼ ਕਰਨ ਲੱਗ ਪੈਂਦਾ। ਦੂਸਰਾ, ਉਹਦੇ 'ਚ ਸਾੜਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ। ਤੀਜਾ, ਉਹਦੇ 'ਚੋਂ ਸੇਕ ਨਿਕਲਣ ਲੱਗ ਪੈਂਦਾ, ਗਰਮੈਸ਼ ਨਿਕਲਣ ਲੱਗ ਪੈਂਦੀ। ਇੱਕੋ ਲੋਹਾ ਹੈ, ਅੱਗ ਦੇ ਸੰਜੋਗ ਕਰਕੇ 3 ਸ਼ਕਤੀਆਂ ਪੈਦਾ ਹੋ ਗਈਆਂ। ਉੱਦਾਂ ਜੇ ਅੱਗ ਤੋਂ ਵੱਖਰਾ ਕਰ ਦਿਓ ਫਿਰ ਉਹ ਲੋਹਾ ਨਾ ਗਰਮ ਹੁੰਦਾ ਹੈ, ਨਾ ਉਹ ਸਾੜ ਸਕਦਾ, ਨਾ ਉਹਦੇ 'ਚੋਂ ਗਰਮੈਸ਼ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਮਾਇਆ ਜੜ ਹੈ। ਈਸ਼ਵਰ ਦਾ ਸੰਜੋਗ ਪ੍ਰਾਪਤ ਕਰਕੇ ਇਸ ਮਾਇਆ ਦੇ ਵਿੱਚ 3 ਸ਼ਕਤੀਆਂ ਪੈਦਾ ਹੁੰਦੀਆਂ। ਇਹ ਪੈਦਾ ਕਰਦੀ ਹੈ ਸੰਸਾਰ ਨੂੰ, ਫਿਰ ਪਾਲਦੀ ਵੀ ਹੈ ਔਰ ਅੰਤ ਨੂੰ ਫਿਰ ਸਾਰਿਆਂ ਨੂੰ ਆਪਣੇ 'ਚ ਲੈ ਕਰਕੇ ਸੰਘਾਰਦੀ ਵੀ ਹੈ। ਸੱਤਾ ਪਾਏ ਕਰੇ ਸਭ ਕਾਰਾ। ਪਰਮੇਸ਼ਰ ਦੀ ਸੱਤਿਆ ਲੈ ਕੇ ਹੀ ਇਹ ਮਾਇਆ ਸਾਰੇ ਕਾਰੇ ਕਰਦੀ ਹੈ। ਇਹ ਮਾਇਆ ਸਾਰੇ ਕਾਰ ਵਿਹਾਰ ਕਰ ਰਹੀ ਹੈ। ਰਾਮ ਵਿਆਪਕ ਸਭ ਕੇ ਮਾਈ। ਉਹ ਜਿਹੜਾ ਪਰਮਾਤਮਾ ਹੈ, ਅਕਾਲ ਪੁਰਖ, ਉਹ ਸਰਬ ਥਾਈਂ ਵਿਆਪਕ ਹੈ। ਉਹ ਸਰਬ ਜਗ੍ਹਾਵਾਂ ਵਿੱਚ ਵਸਦਾ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਉਹ ਵਿਆਪਕ ਹੈ। ਬਿਨ ਵਿਆਪਕ ਕੋ ਘਟ ਨਾਈ। ਉਹਦੀ ਵਿਆਪਕਤਾ ਤੋਂ ਬਿਨਾਂ ਕੋਈ ਵੀ ਘਟ ਖਾਲੀ ਨਹੀਂ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਸਰਬ ਘਟਾਂ ਦੇ ਵਿੱਚ ਵਸਦਾ, ਸਰਬ ਘਟਾਂ ਦਾ ਅੰਤਰਜਾਮੀ ਹੈ। ਜਾਂ ਤੇ ਸੀਤਾ ਹੈ ਜਾਂ ਰਾਮ। ਇਸ ਕਰਕੇ ਦੋ ਹੀ ਸਮਝ ਲੈ, ਇੱਕ ਉਹਦੀ ਮਾਇਆ ਹੈ ਤੇ ਇੱਕ ਉਹ ਪਰਮਾਤਮਾ ਹੈ। ਉਹਨੂੰ ਤੂੰ ਸੀਤਾ ਕਹਿ ਲੈ ਜਿਹੜੀ ਮਾਇਆ ਹੈ, ਔਰ ਉਹ ਜਿਹੜਾ ਪਰਮਾਤਮਾ ਹੈ ਉਸ ਨੂੰ ਤੂੰ ਰਾਮ ਕਹਿ ਲੈ, ਰਮਿਆ ਹੋਇਆ। ਨੈ ਤੀਸਰ ਕੋ ਚੀਨੋ ਨਾਮ। ਉਹਦੇ ਤੋਂ ਇਲਾਵਾ ਕੋਈ ਤੀਸਰਾ ਨਾਮ ਹੈ ਹੀ ਨਹੀਂ ਹਨੂਮਾਨ, ਤੀਸਰਾ ਕੋਈ ਹੈ ਹੀ ਨਹੀਂ। ਮ੍ਰਿਦੁਲ ਬੈਨ ਸੁਨ ਕੇ ਹਨੂਮਾਨਾ। ਸਤਿਗੁਰੂ ਜੀ ਦੇ ਮਿਰਦੁਲ ਕੋਮਲ ਮਿੱਠੇ ਜੇ ਬੋਲ ਜਦੋਂ ਹਨੂਮਾਨ ਜੀ ਨੇ ਸੁਣੇ, ਪ੍ਰੇਮ ਮਗਨ ਹਿਰਦੇ ਹਰ ਖਾਨਾ। ਮਹਾਰਾਜ ਜੀ ਦੇ ਪ੍ਰੇਮ ਦੇ ਰੰਗ ਵਿੱਚ ਮਗਨ ਹੋ ਕੇ ਬੜੇ ਖੁਸ਼ ਹੋਏ, ਪ੍ਰਸੰਨ ਹੋਏ। ਸਤਿ ਸਤ ਤੁਮ ਗਿਰਾ ਅਲਾਈ। ਕਹਿਣ ਲੱਗਾ, ਹੇ ਗੁਰਦੇਵ, ਆਪ ਜੀ ਨੇ ਜੋ ਕਿਹਾ ਸੱਤ ਕਿਹਾ, ਆਪ ਜੀ ਨੇ ਜੋ ਕਿਹਾ ਸੱਤ ਹੈ, ਸੱਤ ਹੈ, ਸੱਤ ਹੈ। ਆਪਣੇ ਨਿਕਟ ਰੱਖੋ ਰਘੁਰਾਈ। ਮਹਾਰਾਜ ਮੈਨੂੰ ਹੁਣ ਆਪਣੇ ਪਾਸ ਹੀ ਰੱਖੋ, ਕਿਰਪਾ ਕਰੋ, ਮੈਨੂੰ ਆਪਣੇ ਚਰਨਾਂ ਵਿੱਚ ਹੀ ਨਿਵਾਸ ਦਿਓ। ਰਾਮ ਵੇਖ ਸ਼੍ਰੀ ਨਾਨਕ ਕਹਾ। ਮਹਾਰਾਜ ਜੀ ਕਿਉਂਕਿ ਹੁਣ ਹਨੂਮਾਨ ਜੀ ਨੂੰ ਰਾਮ ਰੂਪ ਹੋ ਕੇ ਨਜ਼ਰ ਆ ਰਹੇ ਸੀ, ਉਸੇ ਰੂਪ ਵਿੱਚ ਸਤਿਗੁਰੂ ਜੀ ਬੋਲੇ, ਕਥਾ ਕੀਰਤਨ ਹੋਵਤ ਜਹਾਂ। ਆਖਿਆ ਹਨੂਮਾਨ ਜੀ, ਜਿੱਥੇ ਕਥਾ ਹੁੰਦੀ ਹੈ, ਜਿੱਥੇ ਹਰੀ ਕੀਰਤਨ ਹੁੰਦਾ, ਹਰੀ ਕਥਾ ਹੁੰਦੀ ਹੈ, ਦੋਹਰਾ ਤਹਾਂ ਬਸਤ ਹੋ ਮੈਂ ਸਦਾ, ਸੋਨੋ ਪ੍ਰੀਤ ਕਰ ਜਾਏ। ਮਹਾਰਾਜ ਜੀ ਕਹਿੰਦੇ ਉੱਥੇ ਆਪ ਭਗਵਾਨ ਪਰਮੇਸ਼ਰ ਜੀ ਨਿਵਾਸ ਕਰਦੇ ਨੇ, ਜਿੱਥੇ ਕਥਾ ਤੇ ਕੀਰਤਨ ਹੁੰਦੀ ਹੈ। ਜਿੱਥੇ ਕਥਾ ਹੁੰਦੀ ਹੈ, ਕੀਰਤਨ ਹੁੰਦਾ ਹੈ, ਉੱਥੇ ਆਪ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਜੀ ਆਪਣਾ ਨਿਵਾਸ ਰੱਖਦੇ। ਮਹਾਰਾਜ ਜੀ ਕਹਿੰਦੇ ਮੈਂ ਉੱਥੇ ਰਹਿਣਾ, ਮੈਂ ਉੱਥੇ ਹੀ ਵਸਦਾ ਹਾਂ ਜਿੱਥੇ ਕਥਾ ਕੀਰਤਨ ਹੋਵੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਮਹਾਰਾਜ ਕਹਿੰਦੇ ਜਿੱਥੇ ਕਥਾ ਹੁੰਦੀ ਹੈ ਹਨੂਮਾਨ, ਜਿੱਥੇ ਕੀਰਤਨ ਹੁੰਦਾ ਹੈ, ਮੈਂ ਉੱਥੇ ਨਿਵਾਸ ਰੱਖਦਾ ਹਾਂ। ਨਿਕਟ ਰਹਿਨ ਫਲ ਹੋਤ
ਹੋਤ ਹੈ ਸਤ ਸੰਗਤ ਮਨ ਲਾਏ। ਜਿਹੜੇ ਸਤ ਸੰਗਤ ਵਿੱਚ ਆ ਕੇ ਮਨ ਲਾਉਂਦੇ ਹਨ, ਯਾਨੀ ਕਿ ਸਤ ਸੰਗਤ ਵਿੱਚ ਆ ਕੇ ਕਥਾ ਤੇ ਕੀਰਤਨ ਸੁਣਦੇ ਹਨ, ਉਹਨਾਂ ਨੂੰ ਮੇਰੀ ਸਮੀਪਤਾ ਤੇ ਮੇਰੇ ਕੋਲ ਰਹਿਣ ਦਾ ਆਨੰਦ ਪ੍ਰਾਪਤ ਹੁੰਦਾ ਹੈ। ਜਿੰਨੇ ਸਮੇਂ ਲਈ ਉਹ ਸਤ ਸੰਗਤ ਵਿੱਚ ਬੈਠਦੇ ਨੇ, ਮਹਾਰਾਜ ਜੀ ਕਹਿੰਦੇ ਇਉਂ ਸਮਝ ਲੈਣ ਕਿ ਉਹ ਮੇਰੀ ਗੋਦ ਵਿੱਚ ਬੈਠੇ ਨੇ, ਮੈਂ ਉਹਨਾਂ ਦੇ ਸੀਸ ਤੇ ਹੱਥ ਧਰਿਆ ਹੋਇਆ। ਸਤਿ ਸ੍ਰੀ ਅਕਾਲ। ਜਿੱਥੇ ਸੰਗਤ ਵਿੱਚ ਇਹ ਹੁੰਦਾ ਹੈ, ਕਥਾ ਕੀਰਤਨ ਹੁੰਦਾ ਹੈ, ਪਾਤਸ਼ਾਹ ਕਹਿੰਦੇ ਮੇਰਾ ਉੱਥੇ ਨਿਵਾਸ ਹੈ। ਚੌਪਈ ਅਬ ਤੁਮ ਜਾਵੋ ਜਹ ਤੇ ਆਇਓ। ਹੁਣ ਜਾਓ ਜਿੱਥੋਂ ਆਏ ਹੋ। ਬੰਦਨ ਕਰ ਹਨੂਮਾਨ ਸਿਧਾਇਓ। ਮਹਾਰਾਜ ਜੀ ਨੂੰ ਨਮਸਕਾਰ ਕਰਕੇ ਹਨੂਮਾਨ ਜੀ ਬੰਦਨਾ ਕਰਕੇ ਚਲੇ ਗਏ। ਜੈ ਰਾਵਣ ਕੀ ਚਿਖਾ ਬਿਸਾਲਾ। ਜਿੱਥੇ ਰਾਵਣ ਦੀ ਚਿਖਾ ਸੀ, ਕਹਾਂ ਜਾਏ ਪਹੁੰਚਿਓ ਤਤਕਾਲ। ਉੱਥੇ ਗਏ ਪਹਿਲਾਂ ਤਾਤਕਾਲ। ਤਥਾ ਕੀਰਤਨ ਜੈ ਜੈ ਹੋਏ। ਜਿੱਥੇ ਜਿੱਥੇ ਕਥਾ ਤੇ ਕੀਰਤਨ ਹੁੰਦਾ, ਹਨੂਮਾਨ ਜੀ ਉੱਥੇ ਉੱਥੇ ਜਾ ਕੇ ਵਸਦੇ ਰਹਿੰਦੇ। ਖਾਲਸਾ ਜੀ, ਗੋਸਵਾਮੀ ਤੁਲਸੀਦਾਸ ਜੀ ਨੇ ਜਦੋਂ ਰਮਾਇਣ ਲਿਖਣੀ ਸੀ, ਰਾਮਚਰਿਤਮਾਨਸ, ਉਹਨਾਂ ਦੀ ਘਰਵਾਲੀ ਨੇ ਉਹਨਾਂ ਨੂੰ ਪ੍ਰੇਰਨਾ ਕੀਤੀ। ਮਨ 'ਚ ਬੜੀ ਬੇਬਲਤਾਈ ਹੋਈ ਕਿ ਮੈਂ ਸ਼੍ਰੀ ਰਾਮ ਦੇ ਦਰਸ਼ਨ ਕਰਾਂ, ਤਦੇ ਹੀ ਕਥਾ ਲਿਖਾਂ। ਚੱਲ ਪਏ, ਬਹੁਤ ਘਾਟਾਂ ਤੇ ਬਹੁਤ ਤੀਰਥਾਂ ਤੇ ਭਰਮਦੇ ਰਹੇ। ਜਦੋਂ ਬਹੁਤ ਥਾਵਾਂ ਤੇ ਭਰਮੇ, ਪਤਾ ਲੱਗਾ ਕਿ ਸ਼੍ਰੀ ਰਾਮ ਨੂੰ ਮਿਲਣ ਵਾਸਤੇ ਹਨੂਮਾਨ ਜੀ ਦੱਸਣਗੇ, ਉਹਨਾਂ ਤੋਂ ਬਿਨਾਂ ਮੈਨੂੰ ਸ਼੍ਰੀ ਰਾਮ ਦਾ ਟਿਕਾਣਾ ਪ੍ਰਾਪਤ ਨਹੀਂ ਹੋਣਾ। ਪਤਾ ਲੱਗਾ ਵੀ ਹਨੂਮਾਨ ਜੀ ਕਿੱਥੇ ਰਹਿੰਦੇ ਐ, ਉਹ ਕਿੱਥੇ ਨਿਵਾਸ ਕਰਦੇ ਐ। ਤਾਂ ਗੋਸਵਾਮੀ ਤੁਲਸੀਦਾਸ ਜੀ ਨੂੰ ਕਿਸੇ ਨੇ ਦੱਸਿਆ ਕਿ ਜਿੱਥੇ ਰਾਮ ਕਥਾ ਹੋ ਰਹੀ ਹੋਵੇ, ਨਿਸ਼ਾਨੀ ਹੈ ਕਿ ਹਨੂਮਾਨ ਜੀ ਉੱਥੇ ਰਹਿੰਦੇ ਐ। ਪੁੱਛਿਆ ਪਹਿਚਾਣਾਂਗੇ ਕਿਵੇਂ ਵੀ ਇਹ ਹਨੂਮਾਨ ਜੀ ਨੇ ਜਿਹੜੇ ਰਾਮ ਕਥਾ ਦੇ ਵਿੱਚ ਆਉਂਦੇ ਆ, ਕਿਉਂਕਿ ਉੱਥੇ ਤਾਂ ਹੋਰ ਵੀ ਬਹੁਤ ਲੋਕ ਆਉਂਦੇ ਹੋਣਗੇ। ਕਹਿੰਦੇ ਜਿਹੜਾ ਕਥਾ ਤੋਂ ਸਭ ਤੋਂ ਪਹਿਲਾਂ ਆ ਜਾਵੇ ਔਰ ਕਥਾ ਦੀ ਸਮਾਪਤੀ ਤੋਂ ਬਾਅਦ ਸਭ ਤੋਂ ਬਾਅਦ ਵਿੱਚ ਜਾਵੇ, ਸਮਝ ਲਈ ਉਹੀ ਹਨੂਮਾਨ ਹੈ। ਤੁਲਸੀਦਾਸ ਜੀ ਚਲੇ ਗਏ, ਰਾਮ ਕਥਾ ਹੋ ਰਹੀ ਸੀ। ਉੱਥੇ ਜਾ ਕੇ ਪਹਿਲਾਂ ਵੇਖ ਲਿਆ ਕਿ ਸਭ ਤੋਂ ਪਹਿਲਾਂ ਜੋ ਪ੍ਰਥਮ ਆਏ, ਸਰੀਰ ਤੇ ਮੈਲੇ ਕੁਚੈਲੇ ਜੇ ਕੱਪੜੇ ਪਾਏ ਹੋਏ, ਸਰੀਰ ਦੇ ਹੱਥਾਂ ਪੈਰਾਂ ਦੇ ਵਿੱਚੋਂ ਰੇਸ਼ਾ ਸਿਮਦਾ, ਮੱਖੀਆਂ ਭਿਣ ਭਿਣਾਉਂਦੀਆਂ ਨੇ, ਉਹ ਆਏ ਨੇ। ਕਥਾ ਦੇ ਵਿੱਚ, ਸਾਰੀ ਕਥਾ ਵਿੱਚ ਉਹ ਬੈਠੇ ਰਹੇ ਕਿ ਆਪਣੇ ਸਰੀਰ ਵੱਲ, ਮੇਰੇ ਸਰੀਰ ਵੱਲ ਕਿਸੇ ਦਾ ਧਿਆਨ ਹੀ ਨਾ ਜਾਵੇ, ਸਭ ਰਾਮ ਕਥਾ 'ਚ ਮਸਤ ਰਹਿਣ। ਉਪਰੰਤ ਜਦੋਂ ਕਥਾ ਦੀ ਸਮਾਪਤੀ ਹੋਈ, ਸਭ ਚਲੇ ਗਏ, ਤੁਲਸੀਦਾਸ ਜੀ ਬੈਠੇ ਰਹੇ। ਹਨੂਮਾਨ ਜੀ ਬੈਠੇ, ਉਹਨਾਂ ਨੇ ਵੇਖਿਆ, ਕਹਿੰਦੇ ਵੀ ਤੂੰ ਨਹੀਂ ਜਾਂਦਾ। ਤੁਲਸੀਦਾਸ ਜੀ ਕਹਿੰਦੇ ਮਹਾਰਾਜ ਤੁਸੀਂ ਵੀ ਤਾਂ ਨਹੀਂ ਗਏ। ਉਹ ਆਖੇ ਵੀ ਤੂੰ ਜਾਏਗਾ ਤੇ ਮੈਂ ਬਾਅਦ ਵਿੱਚ ਜਾਵਾਂਗਾ। ਉਹ ਕਹਿੰਦੇ ਮੈਂ ਵੀ ਇਸੇ ਕਰਕੇ ਬੈਠਾ, ਪਹਿਲਾਂ ਤੁਸੀਂ ਜਾਓਗੇ ਤੇ ਫਿਰ ਮੈਂ ਜਾਵਾਂਗਾ। ਉਹ ਕਹਿੰਦਾ ਮਹਾਰਾਜ ਤੁਸੀਂ ਕਿਉਂ ਏਦਾਂ ਦੀ ਜਿੱਦ ਕਰਦੇ ਹੋ? ਤੁਲਸੀਦਾਸ ਨੂੰ ਕਿਹਾ ਹਨੂਮਾਨ ਜੀ ਨੇ। ਕਹਿੰਦੇ ਮੇਰਾ ਇਹ ਨੇਮ ਹੈ, ਜਦੋਂ ਸਭ ਚਲੇ ਜਾਂਦੇ ਨੇ ਮੈਂ ਬਾਅਦ ਵਿੱਚ ਜਾਣਾ। ਤੁਲਸੀਦਾਸ ਜੀ ਕਹਿੰਦੇ ਮੇਰਾ ਵੀ ਅੱਜ ਇਹੀ ਨੇਮ ਹੈ, ਪਹਿਲਾਂ ਤੁਸੀਂ ਜਾਓਗੇ ਫਿਰ ਜਾਵਾਂਗਾ। ਅਖੀਰ ਹਨੂਮਾਨ ਜੀ ਨੂੰ ਪ੍ਰਗਟ ਹੋ ਕੇ ਦਰਸ਼ਨ ਦੇਣੇ ਪਏ। ਤੁਲਸੀਦਾਸ ਨੇ ਆਖਿਆ ਮਹਾਰਾਜ ਮੈਨੂੰ ਦੱਸੋ ਸ਼੍ਰੀ ਰਾਮ ਕਿੱਥੇ ਮਿਲਣਗੇ? ਹਨੂਮਾਨ ਜੀ ਨੇ ਕਿਹਾ ਚਿੱਤਰਕੂਟ ਵਿੱਚੋਂ ਤੈਨੂੰ ਮਿਲਣਗੇ, ਉੱਥੇ ਜਾ ਕੇ ਦਰਸ਼ਨ ਕਰ। ਤੋ ਤੁਲਸੀਦਾਸ ਨੇ ਕਹਿੰਦੇ ਉੱਥੇ ਜਾ ਕੇ ਦਰਸ਼ਨ ਕੀਤੇ। ਫਿਰ ਜਾ ਕੇ ਰਾਮਚਰਿਤਮਾਨਸ ਨਾਮਕ ਰਾਮਾਇਣ ਜਿਹੜੀ ਹੈ ਉਹ ਤੁਲਸੀਦਾਸ ਜੀ ਨੇ ਲਿਖੀ। ਮੈਂ ਇਹ ਉਦਾਹਰਨ ਤਾਂ ਦਿੱਤੀ ਹੈ ਵੀ ਉਹ ਵੀ ਇਹ ਮੰਨਦੇ ਨੇ ਕਿ ਜਿੱਥੇ ਰਾਮ ਕਥਾ ਹੁੰਦੀ ਹੈ, ਹਨੂਮਾਨ ਜੀ ਉੱਥੇ ਆ ਕੇ ਨਿਵਾਸ ਕਰਦੇ ਹੈ।
ਗੁਰੂ ਨਾਨਕ ਸਾਹਿਬ ਜੀ ਨੇ ਹਨੂਮਾਨ ਜੀ ਨੂੰ ਇਹ ਸੰਕੇਤ ਦਿੱਤਾ, ਹੁਕਮ ਕੀਤਾ ਹੈ ਕਿ ਤੂੰ ਚਿਖਾ ਤੇ ਬੈਠਾ ਰਹਿਣਾ, ਰਾਵਣ ਦੀ ਚਿਖਾ ਤੇ ਕੀ ਲੈਣਾ, ਮਰ ਗਿਆ, ਸੜ ਗਿਆ, ਮੁੱਕ ਗਿਆ, ਖਤਮ ਹੋ ਗਿਆ। ਹੁਣ ਤੁਸੀਂ ਉੱਥੇ ਜਾਇਆ ਕਰੋ ਜਿੱਥੇ ਕਥਾ ਕੀਰਤਨ ਹੁੰਦੀ ਹੈ, ਉੱਥੇ ਜਾ ਕੇ ਨਿਵਾਸ ਕਰਿਆ ਕਰੋ, ਕਿਉਂਕਿ ਉੱਥੇ ਮੈਂ ਵਸਦਾ ਹਾਂ ਤੇ ਜਿਹੜੇ ਕਥਾ ਕੀਰਤਨ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਨੇ ਉਹਨਾਂ ਨੂੰ ਮੇਰੀ ਸਮੀਪਤਾ ਤੇ ਮੇਰੀ ਨਿਕਟ ਵਰਤਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ। ਸਤਿ ਸ੍ਰੀ ਅਕਾਲ। ਗੁਰਦੇਵ ਦੇ ਬਚਨ ਸੁਣ ਕੇ ਹਨੂਮਾਨ ਜੀ ਉੱਥੋਂ ਚਲੇ ਗਏ। ਜਿੱਥੇ ਕੀਰਤਨ ਹੁੰਦਾ ਹੁਣ ਉੱਥੇ ਜਾਂਦੇ ਹਨ। ਦੂਸਰ ਤਨ ਤਰ ਸੁਨੇ ਸੋਏ, ਦੂਸਰਾ ਸਰੀਰ ਧਾਰਨ ਕਰਕੇ ਜਾ ਕੇ ਕਥਾ ਕੀਰਤਨ ਸੁਣਦੇ ਹਨ। ਨਿਜ ਸਰੂਪ ਸ਼੍ਰੀ ਨਾਨਕ ਕੀਨੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਨਿਜ ਸਰੂਪ 'ਚ ਬੈਠੇ ਹਨ। ਮੈਂ ਮਰਦਾਨਾ ਭੇਤਿਓ ਤੀਨੋ, ਭਾਈ ਮਰਦਾਨਾ ਤੇ ਭਾਈ ਬਾਲਾ ਜੀ ਵੀ ਉੱਥੇ ਹੀ ਬੈਠੇ ਹਨ। ਦੋਹਰਾ ਬਿਦਾ ਬਬੀਖਨ ਤੇ ਪਏ, ਚਲੇ ਅਪਰੇ ਅਸਥਾਨ। ਬਭੀਸ਼ਣ ਤੋਂ ਵਿਦਾ ਹੋ ਕੇ ਮਹਾਰਾਜ ਜੀ ਇੱਥੋਂ ਹੁਣ ਹੋਰ ਅਸਥਾਨ ਵੱਲ ਚੱਲੇ ਨੇ। ਖਾਲਸਾ ਜੀ, ਸਾਧਨਾ ਸੀਗੀ ਪਰ ਥੋੜੀ ਜੀ ਅਟਕ ਸੀ, ਹਾਲੇ ਉੱਥੇ ਨਹੀਂ ਸਨ ਪਹੁੰਚੇ ਜਿੱਥੇ ਪਹੁੰਚਣਾ ਚਾਹੀਦਾ ਸੀ। ਉੱਥੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪਹੁੰਚ ਗਏ ਬਭੀਸ਼ਣ ਜੀ। ਗੁਰਦੇਵ ਦਾ ਤਰਸ ਵਰਤਿਆ। ਇੱਥੇ ਦੱਸ ਰਹੇ ਨੇ ਸਹੰਸਰ ਦਾਨ ਦੇ ਇੰਦਰ ਰੁਆਇਆ, ਪਰਸੁਰਾਮ ਰੋਵੈ ਘਰ ਆਇਆ। ਇਹਨਾਂ ਸਾਰਿਆਂ ਤੋਂ ਮੇਰੇ ਪਾਤਸ਼ਾਹ ਸ੍ਰੇਸ਼ਟ ਨੇ, ਸਰਵੋਤਮ ਨੇ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਏਦਾਂ ਵਿਭੀਸ਼ਣ ਨੂੰ ਕਿਰਤਾਰਥ ਕਰਕੇ ਮਹਾਰਾਜ ਜੀ ਇੱਥੋਂ ਅੱਗੇ ਵਿਦਾ ਹੋਏ। ਕਰ ਸੰਤੋਖ ਸਿੰਘ ਬੰਦਨਾ, ਪੂਰਨ ਧਿਆਏ ਪਛਾਨ। ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ, ਮੈਂ ਐਸੇ ਗੁਰਦੇਵ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ ਔਰ ਨਮਸਕਾਰ ਕਰਕੇ ਅਧਿਆਏ ਸੰਪੰਨ ਕਰਦਾ। 18ਵਾਂ ਅਧਿਆਏ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰਧ ਹਿੱਸੇ ਦਾ ਸੰਪੰਨ ਕਰਦਾ ਹਾਂ। ਦੋਹਰਾ ਤਮ ਅਗਿਆਨ ਬਿਨਾਸ਼ਨੀ, ਦੇਤ ਗਿਆਨ ਔਰ ਨੈਣ। ਸਤਿਗੁਰਾਂ ਦੀ ਬਾਣੀ ਕੈਸੀ ਹੈ, ਸਾਡੇ ਨੇਤਰਾਂ ਚੋਂ ਅਗਿਆਨਤਾ ਦੇ ਹਨੇਰੇ ਨੂੰ ਨਿਵਾਰਨੇ ਵਾਲੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਪਾਤਸ਼ਾਹ ਕਹਿੰਦੇ ਭਾਈ ਸਤਿਗੁਰਾਂ ਦੀ ਬਾਣੀ ਐਸੀ ਹੈ। ਮਹਾਕਵੀ ਜੀ ਕਹਿੰਦੇ ਮਹਾਰਾਜ ਜੀ ਦੀ ਬਾਣੀ ਤਮ ਬਿਨਾਸ਼ਨੀ ਹੈ, ਅਗਿਆਨਤਾ ਦੇ ਹਨੇਰੇ ਨੂੰ ਨਿਵਾਰਨੇ ਵਾਲੀ ਹੈ ਔਰ ਨੇਤਰਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਾਲੀ ਹੈ। ਸ਼੍ਰੀ ਸਰਸਵਤੀ ਸੁਮਤ ਦਾ, ਜੈ ਜੈ ਬਸੀਐ ਬੈਨ। ਹੇ ਗੁਰਦੇਵ ਦੀ ਅੰਮ੍ਰਿਤਮਈ ਗੁਰਬਾਣੀ, ਤੂੰ ਮੇਰੇ ਹਿਰਦੇ 'ਚ ਵਸ, ਤੇਰੀ ਸਦਾ ਹੀ ਜੈ ਹੋਵੇ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਸਦਾ ਹੀ ਜੈ ਹੋਵੇ, ਜੈ ਹੋਵੇ, ਜੈ ਹੋਵੇ ਗਰੀਬ ਨਵਾਜ ਸਤਿਗੁਰੂ ਜੀ ਆਪ ਜੀ ਦੀ। ਚੌਪਈ ਕਹਿ ਬਾਲਾ ਸ਼੍ਰੀ ਅੰਗਦ ਪਾਸੀ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸੁਣਾਉਂਦੇ ਹਨ। ਰੁਚਿਰ ਕਥਾ ਸੁਣੀਏ ਸੁਖ ਰਾਸੀ। ਇਹ ਸੁਖ ਰਾਸੀ ਦਾਤੇ ਸਤਿਗੁਰੂ ਜੀ, ਗੁਰੂ ਨਾਨਕ ਸਾਹਿਬ ਦੀ ਇਹ ਸੋਹਣੀ ਕਥਾ, ਅੱਜ ਇਹਦੇ ਚੋਂ ਸੁਖ ਪ੍ਰਾਪਤ ਹੁੰਦੇ। ਐਸੀ ਕਥਾ ਜਿਹਦੇ ਵਿੱਚੋਂ ਅੰਮ੍ਰਿਤ ਪ੍ਰਾਪਤ ਹੁੰਦਾ, ਜਿਹਦੇ ਚੋਂ ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸੀ ਕਥਾ ਜਿਹੜੀ ਸਾਰੇ ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਐਸੀ ਕਥਾ ਜੋ ਅੰਤਸ਼ਕਰਣ ਨੂੰ ਸ਼ੁੱਧ ਤੇ ਨਿਰਮਲ ਕਰ ਦੇਣ ਵਾਲੀ ਹੈ। ਗੁਰੂ ਨਾਨਕ ਸਾਹਿਬ ਦੀ ਐਸੀ ਅੰਮ੍ਰਿਤਮਈ ਕਥਾ, ਹੇ ਮਹਾਰਾਜ ਆਪ ਜੀ ਸਰਵਣ ਕਰੋ। ਸ਼੍ਰੀ ਗੁਰ ਸੋ ਬੋਲਿਓ ਮਰਦਾਨਾ। ਭਾਈ ਸਾਹਿਬ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ, ਸਭ ਹੀ ਦੀਪ ਦਿਖਾਓ ਮਹਾਨਾ। ਮਹਾਰਾਜ ਜੀ ਦੀਪ ਸੁਣੇ ਹਨ ਬਹੁਤ ਨੇ, ਆਪ ਜੀ ਕਿਰਪਾ ਕਰਕੇ ਦੀਪਾਂ ਦਾ ਜਿਹੜਾ ਸਮੁਦਾਇ ਹੈ
ਹੁਣ ਉਹਨਾਂ ਦੀਪਾਂ ਦੀ ਸੈਰ ਕਰਾਓ। ਇਹ ਲਾਲਸ ਮੇਰੇ ਮਨ ਮਾਈ। ਸੁਣਿਆ ਕਿ ਦੀਪ ਵੀ ਨੇ ਬਹੁਤ 7 ਦੀਪ ਦੱਸੇ ਜਾਂਦੇ ਨੇ। ਮੇਰੇ ਮਨ 'ਚ ਲਾਲਸਾ ਹੈ ਕਿ ਆਪ ਜੀ ਹੁਣ ਦੀਪਾਂ ਦੀ ਯਾਤਰਾ ਕਰਵਾਓ। ਦੇਖੋ ਸਪਤ ਦੀਪ ਜੋ ਆਹੀ। ਜਿਹੜੇ 7 ਦੀਪ ਦੱਸੇ ਜਾਂਦੇ ਹਨ ਵੱਡੇ ਵਿਸ਼ਾਲ, ਆਪ ਜੀ ਕਿਰਪਾ ਕਰਕੇ ਉਹਨਾਂ 7 ਮਹਾਦੀਪਾਂ ਦੇ ਦਰਸ਼ਨ ਕਰਾਓ। ਸਰਬ ਪ੍ਰਕਾਰ ਸਮਰੱਥ ਸੁਆਮੀ। ਤੁਹਾਡੇ ਵਾਸਤੇ ਦੁਨੀਆ ਦੀ ਧਰਤੀ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਤੱਕ ਤੁਹਾਡੀ ਪਹੁੰਚ ਤੇ ਗੰਮਿਅਤਾ ਨਾ ਹੋਵੇ। ਤੁਸੀਂ ਸਰਬ ਪ੍ਰਕਾਰ ਨਾਲ ਸਮਰੱਥ ਹੋ ਸੁਆਮੀ ਜੀ। ਜੈ ਚਾਹੋ ਤੈ ਕੇ ਤੁਮ ਗਾਮੀ। ਜਿੱਥੇ ਚਾਹੋ ਉੱਥੇ ਦੀ ਗਮਤਾ ਪਹੁੰਚ ਤੁਸੀਂ ਕਰਨ ਵਾਲੇ ਹੋ। ਸੁਨ ਕੈ ਬੋਲੇ ਕਿਰਪਾ ਨਿਦਾਨਾ। ਸੁਣ ਕੇ ਕਿਰਪਾ ਨਿਧਾਨ ਜਗਤ ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ, ਉੱਤਮ ਜੰਬੂ ਦੀਪ ਮਹਾਨਾ। ਮਹਾਰਾਜ ਜੀ ਕਹਿਣ ਲੱਗੇ ਇਹਨਾਂ 7 ਦੀਪਾਂ ਵਿੱਚੋਂ ਇੱਕ ਉੱਤਮ ਦੀਪ ਹੈ ਜੰਬੂ ਦੀਪ। ਲੱਖ ਜੋਜਨ ਇਸ ਕੋ ਵਿਸਤਾਰੂ। ਮਰਦਾਨਿਆ ਜਿਹੜਾ ਜੰਬੂ ਦੀਪ ਹੈ ਨਾ, ਉਹਦਾ 1 ਲੱਖ ਜੋਜਨ ਤੱਕ ਵਿਸਥਾਰ ਹੈ। ਸਭ ਦੀਪਨ ਕੇ ਲਖੋ ਮਝਾਰੂ। ਜਿਹੜੇ ਬਾਕੀ ਦੇ ਦੀਪ ਨੇ ਉਹਨਾਂ ਸਾਰੇ ਦੀਪਾਂ ਦੇ ਵਿਚਕਾਰ ਹੈ ਜੰਬੂ ਦੀਪ। ਏਕੇ ਬੀਚ ਮੇਰੋ ਗਿਰ ਛਾਜੇ। ਜਿਹੜਾ ਜੰਬੂ ਦੀਪ ਹੈ ਇਹਦੇ ਵਿੱਚ ਹੀ ਸੁਮੇਰ ਪਰਬਤ ਹੈ। ਸੁਮੇਰ ਪਰਬਤ ਜਿਹੜਾ ਹੈ ਉਹ ਇਸੇ ਜੰਬੂ ਦੀਪ ਦੇ ਵਿੱਚੋਂ ਵਿੱਚ ਵਿਰਾਜਦਾ ਹੈ। ਕਮਲ ਬਿਖੇ ਜਿਉ ਕੋਸ਼ ਬਿਰਾਜੈ। ਜਿਵੇਂ ਕਮਲ ਦੇ ਫੁੱਲ ਦੇ ਵਿੱਚ ਥੱਲੇ ਵਿੱਚ ਡੋਡੀ ਹੁੰਦੀ ਹੈ ਨਾ, ਕੋਸ਼ ਹੁੰਦਾ ਹੈ, ਏਦਾਂ ਜੰਬੂ ਦੀਪ ਦੇ ਵਿੱਚ ਸੁਮੇਰ ਪਰਬਤ ਵਸਦਾ ਹੈ। ਜੋਜਨ ਲੱਖ ਜਾਨੀਏ ਮੇਰੂ। ਔਰ ਜਿਹੜਾ ਸੁਮੇਰ ਪਰਬਤ ਆ ਉਹ ਵੀ 1 ਲੱਖ ਜੋਜਨ ਤੱਕ ਹੀ ਵਿਸਥਾਰ ਰੱਖਦਾ ਵਿੱਚ। ਕਛ ਛਿਤ ਮੈਂ ਕਛ ਉਪਰ ਹੇਰੂ। ਉਹ ਕੁਝ ਕੁ ਥੱਲੇ ਧਰਤੀ ਦੇ ਵਿੱਚ ਹੈ ਤੇ ਕੁਝ ਧਰਤੀ ਦੇ ਉੱਪਰ ਹੈ। ਤਰੁ ਜਾਮਨ ਤੇ ਜੰਬੂ ਗਾਏ। ਇਹਨੂੰ ਜੰਬੂ ਦੀਪ ਤਾਂ ਕਹਿੰਦੇ ਆ ਵੀ ਜਾਮਣ ਦਾ ਜਿਹੜਾ ਦਰਖਤ ਹੁੰਦਾ ਹੈ, ਜਾਮਣ ਦੇ ਉਸ ਦਰਖਤ ਤੋਂ ਉਹਨੂੰ ਜੰਬੂ ਦੀਪ ਕਿਹਾ ਜਾਂਦਾ ਹੈ। ਨਵਖੰਡ ਜੋ ਤੁਝੇ ਦਿਖਾਏ। ਮਰਦਾਨਿਆਂ ਤੈਨੂੰ ਪਹਿਲਾਂ 9 ਖੰਡ ਧਰਤੀ ਵਿਖਾਈ ਆ ਅਸੀਂ। 9 ਵਿੱਚ ਟਾਪੂ ਵਿਖਾਏ ਨੇ ਸਮੁੰਦਰਾਂ ਦੇ, ਤੇ 9 ਖੰਡ ਧਰਤੀ ਪਹਿਲਾਂ ਤੈਨੂੰ ਅਸੀਂ ਵਿਖਾਈ ਹੈ। ਤਿਨ ਮੈਂ ਭਾਰਤ ਖੰਡ ਹੈ ਜੋ। 9 ਖੰਡਾਂ ਵਿੱਚ ਭਾਰਤ ਖੰਡ ਸਭ ਤੋਂ ਉੱਤਮ ਖੰਡ ਹੈ। ਰਿਸ਼ੀਆਂ ਮੁਨੀਆਂ ਤਪਸਵੀਆਂ ਅਵਤਾਰਾਂ ਦੀ ਧਰਤੀ ਹੈ। ਭਾਰਤ ਖੰਡ 9 ਖੰਡਾਂ ਵਿੱਚੋਂ ਸਭ ਤੋਂ ਉੱਤਮ ਹੈ। ਧਰਾ ਬੀਚ ਕੀ ਜਾਨੋ ਸੋ। ਜਿਹੜਾ ਭਾਰਤ ਖੰਡ ਹੈ ਇਹ ਬਾਕੀ ਖੰਡਾਂ ਦੇ ਵਿਚਕਾਰ ਦਾ ਧਰਾ ਵਿਚਕਾਰਲਾ ਹਿੱਸਾ ਹੈ। ਦੋਹਰਾ ਪੁੰਨਿਆ ਜਗਿਆ ਤਪ ਕਰ ਬੜੇ। ਭਰਤ ਖੰਡ ਕੇ ਥਾਨ। ਮਹਾਰਾਜ ਜੀ ਕਹਿੰਦੇ ਆ ਮਰਦਾਨਿਆਂ ਜਿਹੜੇ ਇਸ ਭਾਰਤ ਖੰਡ ਦੀ ਭੂਮੀ ਤੇ ਪੁੰਨ ਕਰਮ ਕਰਦੇ ਹਨ, ਤਪ ਕਰਦੇ ਨੇ, ਸਾਧਨਾ ਕਰਦੇ ਨੇ, ਚੰਗੇ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਨੇ। ਦੀਪ ਖੰਡ ਅਨ ਜਾਏ ਸੋ ਭੋਗੈ ਭੋਗ ਮਹਾਨ। ਔਰ ਕਾਮਨਾ ਰੱਖਦੇ ਨੇ ਮਨ ਵਿੱਚ, ਨਿਸ਼ਕਾਮ ਹੋ ਕੇ ਨਹੀਂ ਕਰਦੇ। ਫਿਰ ਉਹਨਾਂ ਨੂੰ ਦੂਸਰੇ ਜਿਹੜੇ 7 ਦੀਪ ਨੇ ਉਹਨਾਂ ਵਿੱਚ ਜਾ ਕੇ ਨਿਵਾਸ ਮਿਲਦਾ ਹੈ। ਉੱਥੇ ਜਾ ਕੇ ਉਹ ਸਰੀਰ ਧਾਰਨ ਕਰਕੇ ਸੰਸਾਰ ਦੇ ਭੋਗਾਂ ਨੂੰ ਭੋਗਦੇ ਹਨ। ਜੋ ਪਈ ਤੇਰੋ ਕਹਿਓ ਨਾ ਮੋਰੋਂ ਕੈਸੇ। ਮਰਦਾਨਿਆਂ ਤੈਂ ਕਹਿਣਾ 7 ਦੀਪ ਵੇਖਣੇ ਨੇ, ਤੇਰਾ ਕਹਿਣਾ ਅਸੀਂ ਕਦੇ ਨਹੀਂ ਮੋੜ ਸਕਦੇ। ਚਲੋ ਦਿਖਾਵੋ ਹੈ ਉਹ ਜੈਸੇ। ਚਲੋ ਵਿਖਾਈਏ ਤੁਹਾਨੂੰ ਜੈਸੇ ਹਨ 7 ਦੀਪ, ਉਹ ਵੀ ਚੱਲ ਕੇ ਵੇਖ ਲਓ। ਅਸ ਕੈ ਸ਼੍ਰੀ ਗੁਰ ਚਲੇ ਅਗਾਰੀ। ਇਸ ਤਰ੍ਹਾਂ ਕਹਿ ਕੇ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਅੱਗੇ ਅੱਗੇ ਚੱਲ ਪਏ। ਇਸ ਸਮੁੰਦਰ ਕੇ ਪਹੁੰਚੇ ਪਾਰੀ। ਔਰ ਸਮੁੰਦਰ ਦੇ ਵਿੱਚ ਦੀ ਪਾਤਸ਼ਾਹ ਚੱਲਦੇ ਜਾ ਰਹੇ ਨੇ। ਚਲਦਿਆਂ ਸਮੁੰਦਰ ਪਾਰ ਕਰ ਗਏ। ਲੱਖ ਜੋਜਨ ਕੋ ਥੋ ਵਿਸਥਾਰਾ। 1 ਲੱਖ ਜੋਜਨ ਦਾ ਵਿਸਥਾਰ ਸੀ ਸਮੁੰਦਰ ਦਾ। ਪਾਰ ਗਏ ਨੇ ਲਾਗੀ ਵਾਰਾ। ਉਸ ਸਮੁੰਦਰ ਦੇ ਏਡੇ ਵੱਡੇ ਪੈਂਡੇ ਨੂੰ ਮਹਾਰਾਜ ਜੀ ਇਉਂ ਪਾਰ ਕਰ ਗਏ ਜਿਵੇਂ ਇੱਕ ਅੱਖ ਦੇ ਫੋਰ ਮਾਤਰ ਦਾ ਸਮਾਂ
ਲੱਗਾ ਹੋਵੇ। ਪਲਖ ਦੀਪ ਮੈਂ ਬੈਠੇ ਜਾਏ। ਚੱਲ ਕੇ ਸਭ ਤੋਂ ਪਹਿਲਾਂ ਮਹਾਰਾਜ ਜੀ ਪਲਖ ਦੀਪ ਦੇ ਵਿੱਚ ਆਏ ਹਨ। ਤਰੁ ਪਿਲਖਣ ਤੇ ਨਾਮ ਸਦਾਏ। ਪਿਲਖਣ ਦਾ ਬੂਟਾ ਹੁੰਦਾ ਨਾ, ਕਹਿੰਦੇ ਪਿਲਖਣ ਦੇ ਬੂਟੇ ਤੋਂ ਮਾਨੋ ਇਹ ਜਿਹੜੇ ਨੇ ਅੱਗੇ ਅੰਜੀਰ ਜਿਵੇਂ ਕਹਿ ਦਿੰਦੇ ਆ ਪਿਲਖਣ ਦਾ ਬੂਟਾ, ਉਹਦੇ ਤੋਂ ਕਹਿੰਦੇ ਇਸ ਦੀਪ ਦਾ ਨਾਮ ਪਲਖ ਦੀਪ ਪਿਆ ਹੋਇਆ ਹੈ। ਅਧਿਕ ਨਰਨ ਕੋ ਰੁਚਿਰ ਸਰੂਪਾ। ਕਹਿੰਦੇ ਜਦੋਂ ਪਲਖ ਦੀਪ ਤੇ ਆਏ ਬੜੇ ਬੜੇ ਸੋਹਣੇ ਲੋਕ ਵਸਦੇ ਆ ਇੱਥੇ, ਬੜੇ ਬੜੇ ਸੁੰਦਰ ਸਵਰੂਪ ਗੌਰ ਵਰਨੀਏ ਲੋਕ ਹਨ। ਸੁਖ ਭੋਗੇ ਨਿਜ ਮਨ ਅਨੁਰੂਪਾ। ਔਰ ਆਪਣੇ ਮਨ ਅਨੁਸਾਰ ਹੀ ਇਸ ਪਲਖ ਦੀਪ ਤੇ ਵਸਦੇ ਸੁਖ ਭੋਗਦੇ ਹਨ। ਵੈਸ ਸਬਨ ਕੀ ਬਰਖ ਹਜ਼ਾਰੂ। ਔਰ ਬੜੀ ਬੜੀ ਲੰਮੀ ਆਯੂ ਹੈ ਇਹਨਾਂ ਦੀ, ਲੰਮੀ ਲੰਮੀ ਉਮਰ ਵਾਲੇ ਲੋਕ ਰਹਿੰਦੇ ਨੇ ਇੱਥੇ। ਸਮ ਅਮਰਨ ਕੇ ਤਿਨ ਵਿਵਹਾਰੂ। ਔਰ ਜਿਵੇਂ ਦੇਵਤਿਆਂ ਦਾ ਵਿਵਹਾਰ ਹੁੰਦਾ ਹੈ, ਜਿਵੇਂ ਦੇਵਤਿਆਂ ਦੇ ਆਚਰਣ ਹੁੰਦੇ ਨੇ, ਏਦਾਂ ਦੇਵਤਿਆਂ ਵਰਗਾ ਆਚਰਣ ਹੈ ਇਹਨਾਂ ਦਾ। ਹੁਣ ਵੀ ਬਹੁਤ ਸਾਰੇ ਇਲਾਕੇ ਐਸੇ ਨੇ ਜਿੱਥੇ ਬੜੀਆਂ ਬੜੀਆਂ ਲੰਮੀਆਂ ਉਮਰਾਂ ਦੇ ਲੋਕ ਰਹਿੰਦੇ ਹਨ। 150 ਬਰਸ ਸਾਲ ਤੱਕ ਦੀਆਂ ਤਿੱਬਤ ਦੇ ਇਲਾਕੇ ਦੇ ਵਿੱਚ ਅੱਗੇ ਪਰੇ ਨੂੰ ਉੱਪਰ ਨੂੰ ਲੰਮੀਆਂ ਲੰਮੀਆਂ ਆਯੂ ਦੇ ਲੋਕ ਬੜੀ ਬੜੀ ਲੰਮੀ ਆਯੂ ਭੋਗਦੇ ਹਨ। ਤੋ ਪਾਤਸ਼ਾਹ ਜਿਹੜੇ ਦੀਪ ਤੇ ਗਏ ਨੇ, ਕਹਿੰਦੇ ਬੜੀ ਬੜੀ ਲੰਮੀ ਉਮਰਾਂ ਦੇ ਲੋਕ ਨੇ ਉੱਥੇ। ਜਿਹੜੇ ਲੋਕ ਨੇ ਉਹ ਦੇਵਤਿਆਂ ਦੇ ਸਮਾਨ ਉਹਨਾਂ ਦਾ ਆਚਰਣ ਹੈ, ਵਿਵਹਾਰ ਹੈ। ਦੋਹਰਾ ਸਪਤ ਖੰਡ ਤੈ ਦੀਪ ਕੇ ਸਰਤਾ ਸਪਤ ਪ੍ਰਵਾਹ। ਖਾਲਸਾ ਜੀ ਜਿਹੜੇ 7 ਦੀਪ ਨੇ, 7 ਹਿੱਸੇ ਨੇ ਉਹਨਾਂ ਦੇ ਨਾਲ 7 ਹੀ ਦਰਿਆ, 7 ਹੀ ਨਦੀਆਂ ਵਗਦੀਆਂ ਨੇ। ਸਰਬ ਪ੍ਰਕਾਰ ਆਨੰਦ ਬੋ ਕੰਚਨ ਮੰਦਿਰ ਜਾਏ। ਕਹਿੰਦੇ ਸਰਬ ਪ੍ਰਕਾਰ ਦਾ ਆਨੰਦ ਆ ਤੇ ਘਰ ਵੀ ਐਸੇ ਸੋਨੇ ਦੇ ਵਿੱਚ ਮੜੇ ਹੋਏ ਨੇ। ਚੌਪਈ ਜੈ ਗੁਰ ਬੈਸੇ ਨਰ ਬੋ ਆਏ। ਜਦੋਂ ਸਤਿਗੁਰੂ ਜੀ ਇਸ ਪਲਖ ਦੀਪ ਤੇ ਆਏ, ਜਿੱਥੇ ਬੈਠੇ ਮਹਾਰਾਜ ਜੀ ਨੂੰ ਬੈਠਿਆਂ ਵੇਖ ਕੇ ਇਸ ਦੀਪ ਦੇ ਜਿਹੜੇ ਸਮੁਦਾਇ ਦੇ ਲੋਕ ਸਨ ਉਹ ਚੱਲ ਕੇ ਆਏ। ਹੱਥ ਜੋੜ ਪਗ ਸੀਸ ਨਿਵਾਏ। ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਨਿਵਾਉਂਦੇ, ਮੱਥਾ ਟੇਕਦੇ। ਅਪਰ ਦੀਪ ਕੋ ਸੰਤ ਸਰੂਪਾ। ਇਹਨਾਂ ਨੇ ਜਾਣਿਆ ਵੀ ਇਹ ਕੋਈ ਸੰਤ ਨੇ ਤੇ ਕਿਸੇ ਹੋਰ ਦੀਪ ਤੋਂ ਚੱਲ ਕੇ ਆਏ ਨੇ, ਸਾਡੇ ਦੀਪ ਤੇ ਕਿਸੇ ਹੋਰ ਦੀਪ ਤੋਂ ਚੱਲ ਕੇ ਇੱਥੇ ਪਹੁੰਚੇ ਹਨ। ਅਸ ਲਖ ਆਨੇ ਭੇਟ ਅਨੂਪਾ। ਗੁਰੂ ਸਾਹਿਬ ਨੂੰ ਸੰਤ ਰੂਪ ਜਾਣ ਕੇ ਇਹ ਲੋਕ ਬਹੁਤ ਸਾਰੀਆਂ ਭੇਟਾਵਾਂ ਲੈ ਕੇ, ਕਈ ਤਰ੍ਹਾਂ ਦੀਆਂ ਅਕੋਰਾਂ ਭੇਟਾਵਾਂ ਉਹ ਲੈ ਕੇ ਆਏ, ਸਤਿਗੁਰਾਂ ਦੇ ਚਰਨਾਂ 'ਚ ਲਿਆ ਕੇ ਅਰਪਣ ਕਰਨ ਲੱਗੇ। ਮధుਰ ਤਰੇ ਫਲ ਰੁਚਰੇ ਅਗਾਰੀ। ਬੜੇ ਬੜੇ ਸੁੰਦਰ ਮਿੱਠੇ ਰਸਾਲ ਫਲ ਜਿਹੜੇ ਸਨ ਉਹ ਲਿਆ ਕੇ ਛੋਟੇ ਵੱਡੇ ਫਲ ਰੱਖੇ। ਬੈਠੇ ਚੌਂ ਦਿਸ਼ ਅਚਰਜ ਧਾਰੀ। ਪਾਤਸ਼ਾਹ ਦੇ ਚੌਂ ਪਾਸੇ ਬੜੇ ਹੈਰਾਨੀ ਜੀ ਦੇ ਨਾਲ, ਅਚਰਜਤਾ ਜਿਹਦੇ ਨਾਲ ਬੈਠੇ ਹਨ। ਸ੍ਰੀ ਪ੍ਰਭ ਤਿੰਨ ਸਿਓ ਬੈਨੀ ਉਚਾਰੇ। ਇਹਨਾਂ ਨੂੰ ਵੇਖ ਕੇ ਸ੍ਰੀ ਪ੍ਰਭੂ ਗੁਰਦੇਵ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਸਭ ਵਿਦ ਹੈ ਆਨੰਦ ਤੁਮਾਰੇ। ਮਹਾਰਾਜ ਜੀ ਨੇ ਪੁੱਛਿਆ, ਹਾਂ ਭਾਈ ਆਨੰਦ ਵਿੱਚ ਹੋ, ਰਾਜੀ ਖੁਸ਼ੀ ਹੋ? ਏਦਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਪੁੱਛਿਆ। ਇਸ ਪ੍ਰਕਾਰ ਇਸ ਦੀਪ ਮਝਾਰਾ। ਦੱਸੋ ਤੁਸੀਂ ਇਸ ਦੀਪ ਤੇ ਰਹਿੰਦੇ ਹੋ, ਕਿਸ ਪ੍ਰਕਾਰ ਰਹਿੰਦੇ ਹੋ? ਇੱਥੇ ਤੁਹਾਡਾ ਰਹਿਣ ਸਹਿਣ ਕਿਸ ਪ੍ਰਕਾਰ ਦਾ ਹੈ? ਹਮ ਸੋ ਕਉ ਸਰਬ ਵਿਵਹਾਰਾ। ਦੱਸੋ ਤੁਸੀਂ ਆਪਣਾ ਸਾਰਾ ਵਿਵਹਾਰ ਕਿ ਇੱਥੇ ਤੁਸੀਂ ਕਿਵੇਂ ਰਹਿੰਦੇ ਹੋ, ਇੱਥੇ ਤੁਹਾਡੇ ਰਹਿਣ ਸਹਿਣ ਦਾ ਕੀ ਤਰੀਕਾ, ਕੀ ਸਲੀਕਾ ਹੈ? ਸੁਖ ਦੁੱਖ ਜੇ ਤੋ ਹੈ ਤੁਝ ਤਾਈ। ਦੱਸੋ ਇੱਥੇ ਤੁਹਾਨੂੰ ਕੋਈ ਦੁੱਖ ਤਕਲੀਫ ਹੈ ਉਹ ਵੀ ਦੱਸੋ, ਜਿਹੜੇ ਸੁੱਖ ਦੇ ਤੁਹਾਡੇ ਕੋਲ ਉਹ ਵੀ ਦੱਸੋ, ਜੇ ਕੋਈ ਦੁੱਖ ਹੈ ਤਾਂ ਉਹ ਵੀ ਸਾਨੂੰ ਦੱਸੋ। ਸੋ ਸੁਨਾਵੋ ਕੂਰ ਬਿਹਾਈ। ਮਹਾਰਾਜ ਜੀ ਕਹਿੰਦੇ ਜੋ ਹੈ ਉਹ ਇੱਥੇ ਤੁਸੀਂ ਸਾਨੂੰ ਦੱਸਣਾ ਕਰੋ। ਦੋਹਰਾ ਨਰ ਬੋਲੇ ਤਿਸ ਦੀਪ ਕੇ ਹੈ ਸੁਖ ਸਰਬ ਪ੍ਰਕਾਰ। ਇਹ ਜਿਹੜੇ ਪਲਖ ਦੀਪ ਦੇ ਲੋਕ ਸਨ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਕਹਿਣ ਲੱਗੇ, ਸੰਤ ਜੀ ਸਾਨੂੰ ਇੱਥੇ ਸਰਬ ਪ੍ਰਕਾਰ ਨਾਲ ਸੁੱਖ ਹੈ।
ਕਿਸੇ ਤਰ੍ਹਾਂ ਦਾ ਕੋਈ ਸਮੱਸਿਆ ਸੰਸਾਰੀ ਨਹੀਂ ਹੈ ਵੀ ਕੋਈ ਪਦਾਰਥ ਨਹੀਂ ਮਿਲਦਾ ਜਾਂ ਕੋਈ ਖਾਣ ਨੂੰ ਨਹੀਂ ਮਿਲਦਾ ਜਾਂ ਕਿਸੇ ਕੰਮਕਾਰ ਦੀ ਕੋਈ ਦਿੱਕਤ, ਐਸਾ ਨਹੀਂ ਹੈ। ਸਾਡੇ ਕੋਲ ਸਰਬ ਪ੍ਰਕਾਰ ਦੇ ਇੱਥੇ ਸੁੱਖ ਹਨ। ਤ੍ਰੈ ਦੁੱਖ ਹੈ ਸਭ ਹਿਨ ਵਿਖੇ ਸੋ ਹਮ ਕਰੇ ਉਚਾਰ। ਸਾਨੂੰ ਹਰ ਤਰ੍ਹਾਂ ਦੀ ਖਾਣ ਦੀ ਸ਼ੈ ਇੱਥੇ ਮਿਲਦੀ ਹੈ, ਪਹਿਨਣ ਨੂੰ ਕੱਪੜੇ ਮਿਲਦੇ ਆ, ਰਹਿਣ ਸਹਿਣ ਨੂੰ ਵਧੀਆ ਮਕਾਨ ਨੇ ਸੋਨੇ ਦੇ, ਕਮੀ ਕੋਈ ਨਹੀਂ ਕੋਈ। ਪਰ ਮਹਾਰਾਜ ਸਾਡੇ ਇੱਥੇ ਲੋਕਾਂ ਵਿੱਚ 3 ਦੁੱਖ ਨੇ, 3 ਦੁੱਖ ਉਹ ਸਾਡੇ ਸਾਰਿਆਂ ਵਿੱਚ ਨੇ ਇੱਥੇ। ਉਹ ਜਿਹੜੇ 3 ਦੁੱਖ ਨੇ ਸਾਨੂੰ ਮਹਾਰਾਜ ਜੀ ਅਸੀਂ ਉਹ ਤੁਹਾਨੂੰ ਦੱਸਦੇ ਹਾਂ ਵੀ ਉਹ ਕਿਹੜੇ ਕਿਹੜੇ ਹੈ। ਪਾਤਸ਼ਾਹ ਕਹਿੰਦੇ ਦੱਸੋ ਭਾਈ, ਅਸੀਂ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਹੀ ਆਏ ਹਾਂ। ਗਰੀਬ ਨਵਾਜ ਪਾਤਸ਼ਾਹ ਜੀ ਦਾ ਨਾਮ ਹੀ ਹੈ ਨਾ ਅੰਨ ਅੱਕ, ਜਿਨ੍ਹਾਂ ਦਾ ਨਾਂ ਲਿਆ ਕੋਈ ਦੁੱਖ ਨਾ ਰਹੇ ਉਹਨਾਂ ਨੂੰ ਕਹਿੰਦੇ ਨੇ ਧੰਨ ਗੁਰੂ ਨਾਨਕ। ਸਤਿ ਸ੍ਰੀ ਅਕਾਲ। ਜਿਨ੍ਹਾਂ ਦਾ ਨਾਂ ਲਿਆ ਕੋਈ ਦੁੱਖ ਨਾ ਰਹੇ ਉਹ ਗੁਰੂ ਨਾਨਕ ਹਨ। ਪਾਤਸ਼ਾਹ ਕਹਿੰਦੇ ਦੱਸੋ ਭਾਈ ਕੀ ਦੁੱਖ ਨੇ? ਕਹਿੰਦੇ ਜੀ 3 ਦੁੱਖ ਨੇ। ਇਹ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ 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 ਵਾਹਿਗੁਰੂ